ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਭਾਗ 26ਵਾਂ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਇਆ ਹਾਂ। ਦਾਸ ਇੰਦਰ ਸਿੰਘ ਘੱਗਾ ਤੁਹਾਡੇ ਨਾਲ ਇੱਕ ਐਪੀਸੋਡ ਦੇ ਵਿੱਚ ਹਰ ਹਫ਼ਤੇ 10 ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ ਹੁੰਦਾ ਹੈ ਅਤੇ ਤੁਸੀਂ ਬਹੁਤ ਦਿਲਚਸਪੀ ਇਸ ਐਪੀਸੋਡ ਦੇ ਵਿੱਚ ਲੈ ਰਹੇ ਹੋ। ਬਹੁਤ ਸਾਰੇ ਸਵਾਲ ਲਗਾਤਾਰ ਆ ਰਹੇ ਨੇ ਤਾਂ ਕਿ ਗਿਆਨ ਦੇ ਵਿੱਚ ਹੋਰ ਵਾਧਾ ਹੋ ਸਕੇ ਅਤੇ ਅਸੀਂ ਗੁਰਮਤਿ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕੀਏ ਅਤੇ ਗੁਰਮਤਿ ਗਿਆਨ ਪ੍ਰਾਪਤ ਕਰਨ ਵਾਸਤੇ ਲਗਾਤਾਰ ਮਿਹਨਤ ਕਰਨੀ ਸਾਡੇ ਵਾਸਤੇ ਬਹੁਤ ਲਾਹੇਵੰਦ ਹੈ। ਗਿਆਨ ਦੀ ਕੋਈ ਸੀਮਾ ਨਹੀਂ ਹੈ, ਇਹ ਲਗਾਤਾਰ ਵਧਾਇਆ ਜਾ ਸਕਦਾ ਹੈ। ਗਿਆਨ ਦੇ ਰਾਹੀਂ ਬਹੁਤ ਸਾਰੇ ਵਿਗੜੇ ਕਾਰਜ ਸੰਵਾਰੇ ਜਾ ਸਕਦੇ ਨੇ ਅਤੇ ਅਸੀਂ ਜਿੰਨੀ ਉਮਰ ਮਰਜ਼ੀ ਹੋ ਜਾਵੇ, ਜੇ ਅੰਦਰ ਇੱਛਾ ਸ਼ਕਤੀ ਹੋਵੇ ਤਾਂ ਲਗਾਤਾਰ ਗਿਆਨ ਹਾਸਲ ਕਰਦੇ ਰਹਿ ਸਕਦੇ ਹਾਂ। ਉਸ ਗਿਆਨ ਦੀ ਬਦੌਲਤ ਆਪਣਾ, ਆਪਣੇ ਪਰਿਵਾਰ ਦਾ, ਆਪਣੇ ਸਮਾਜ ਦਾ ਕੋਈ ਨਾ ਕੋਈ ਭਲਾ ਵੀ ਕਰ ਸਕਦੇ ਹਾਂ। ਆਪਾਂ ਇਸ ਵਿਸ਼ੇ ਨੂੰ ਅੱਗੇ ਤੋਰੀਏ। ਸਵਾਲ ਨੰਬਰ 261 ਭਾਈ ਕੁਲਬੀਰ ਸਿੰਘ ਮਾਨਸਾ ਤੋਂ। ਇਹਨਾਂ ਦਾ ਸਵਾਲ ਹੈ ਕਿ ਮੋਨੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਨਹੀਂ ਬੈਠਣ ਦਿੱਤਾ ਜਾਂਦਾ, ਫਿਰ ਗੁਰੂ ਗੋਬਿੰਦ ਸਿੰਘ ਨੇ ਗੰਗੂ ਬ੍ਰਾਹਮਣ ਆਪਣਾ ਰਸੋਈਆ ਕਿਉਂ ਰੱਖਿਆ? ਕੀ ਉਹ ਉਸ ਵੇਲੇ ਦਾੜੀ ਕੇਸਾਂ ਵਾਲੇ ਸਿੱਖਾਂ ਦੀ ਕੋਈ ਕਮੀ ਸੀ? ਉਸ ਵੇਲੇ ਤਾਂ ਦਾੜੀ ਕੇਸ ਕਟਾਉਣ ਦੀ ਪਰੰਪਰਾ ਹੀ ਨਹੀਂ ਸੀ। ਹਿੰਦੂ ਵੀ, ਮੁਸਲਮਾਨ ਵੀ ਅਤੇ ਸਿੱਖ ਤਾਂ ਹੈ ਹੀ ਸੀ, ਉਹ ਸਾਰੇ ਹੀ ਦਾੜੀ ਕੇਸ ਰੱਖਦੇ ਸੀ। ਪਹਿਲੀ ਗੱਲ ਤਾਂ ਦਾੜੀ ਕੇਸ ਕਟਾਉਣਾ ਸਮਾਜ ਦੇ ਵਿੱਚ ਉਸ ਜ਼ਮਾਨੇ 'ਚ ਵੀ ਅਪਮਾਨ ਮੰਨਿਆ ਜਾਂਦਾ ਸੀ। ਕਿਸੇ ਨੂੰ ਅਪਮਾਨਿਤ ਕਰਨ ਵਾਸਤੇ ਵਿਰੋਧੀਆਂ ਵੱਲੋਂ ਦਾੜੀ ਕੇਸ ਕੱਟ ਕੇ ਜਾਨ ਬਖਸ਼ੀ ਵੀ ਕਰ ਦਿੱਤੀ ਜਾਂਦੀ ਸੀ ਅਤੇ ਜਿਹੜੇ ਬੰਦੇ ਦੇ ਦਾੜੀ ਕੇਸ ਕੱਟ ਕੇ ਛੱਡ ਦਿੱਤਾ ਜਾਂਦਾ ਸੀ ਉਹ ਮਰਿਆਂ ਬਰਾਬਰ ਹੀ ਆਪਣੇ ਆਪ ਨੂੰ ਸਮਝਦਾ ਸੀ ਉਹਨਾਂ ਜ਼ਮਾਨਿਆਂ 'ਚ। ਅਤੇ ਅਗਲੀ ਗੱਲ, ਅੱਜ ਵਾਂਗ ਉਦੋਂ ਕੋਈ ਨਵੇਂ ਇਹ ਜਿਹੜੇ ਦਾੜੀ ਕੇਸਾਂ ਨੂੰ ਕੱਟਣ ਵਾਲੇ, ਸੇਵ ਕਰਨ ਵਾਲੇ ਸੰਦ ਸੀ, ਇਹ ਉਦੋਂ ਵਿਕਸਿਤ ਹਾਲੇ ਨਹੀਂ ਹੋਏ ਸੀ। ਅਤੇ ਆਪਾਂ ਇਸ ਗੁੰਝਲ ਦੇ ਵਿੱਚ ਪੈਣ ਦੀ ਥਾਂ 'ਤੇ ਕਿ ਕੀ ਗੁਰੂ ਸਾਹਿਬ ਕੋਲੇ ਦਾੜੀ ਕੇਸਾਂ ਵਾਲੇ ਸਿੱਖ ਨਹੀਂ ਸੀ? ਉਦੋਂ ਭਾਈ ਸਾਰੇ ਹੀ ਦਾੜੀ ਕੇਸਾਂ ਵਾਲੇ ਸੀ। ਇਹ ਗੰਗੂ ਵੀ ਗੁਰੂ ਕਾ ਸਿੱਖ ਬਣ ਕੇ ਹੀ ਸੇਵਾ ਕਰ ਰਿਹਾ ਸੀ। ਬਾਅਦ ਦੇ ਵਿੱਚ ਇਹਦੇ ਦਿਮਾਗ ਦਾ ਕੁਝ ਤਵਾਜ਼ਨ ਹਿੱਲ ਗਿਆ ਅਤੇ ਲਾਲਚ ਅੰਦਰ ਜਾਗ ਪਿਆ। ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਚੁਗਲੀ ਕਰਕੇ ਇਹਨੇ ਗ੍ਰਿਫਤਾਰ ਕਰਵਾ ਦਿੱਤਾ। ਇਹ ਇੱਕ ਵੱਖਰਾ ਵਿਸ਼ਾ ਹੈ। ਇਹ ਤਾਂ ਬਹੁਤ ਸਾਰੇ ਜਿਹੜੇ ਦਾੜੀ ਕੇਸਾਂ ਵਾਲੇ ਨੇ ਉਹ ਵੀ ਕੰਮ ਕਰੀ ਜਾਂਦੇ ਨੇ ਅਤੇ ਬਿਨਾਂ ਦਾੜੀ ਵਾਲੇ ਵੀ ਕਰਦੇ ਨੇ। ਇਸ ਗਦਾਰੀ ਦਾ ਜਾਂ ਵਫਾਦਾਰੀ ਦਾ ਦਾੜੀ ਕੇਸਾਂ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ, ਕਿਉਂਕਿ ਅਕਲ ਜਿਹੜੀ ਹੈ ਉਹ ਦਾੜੀ ਕੇਸ ਨਾਲ ਨਹੀਂ ਆਉਂਦੀ। ਅਕਲ ਦਾ ਵੱਖਰਾ ਖਾਨਾ ਹੈ, ਦਿਮਾਗ ਦਾ ਮਸਲਾ ਵੱਖਰਾ ਹੈ। ਇਹ ਬਾਹਰ ਦਾ ਦਿੱਖ ਹੈ ਕਿ ਬੰਦਾ ਕੱਪੜੇ ਕਿਹੋ ਜਿਹੇ ਪਾਉਂਦਾ, ਉਹਦੀ ਸੂਰਤ ਬਣਤਰ, ਚਿਹਰੇ ਮੋਹਰੇ ਦੀ ਉਹ ਕਿਹੋ ਜਿਹੀ ਹੈ, ਇਹ ਵੱਖਰੀ ਗੱਲ ਹੈ। ਖੈਰ, ਗੁਰੂ ਗ੍ਰੰਥ ਸਾਹਿਬ ਦੇ ਤਾਬੇ ਮੋਨੇ ਬੰਦੇ ਨੂੰ ਬੈਠਣ ਤੋਂ ਰੋਕਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਗੁਰੂ ਸਾਹਿਬ ਨੇ ਇਹੋ ਜਿਹਾ ਕੋਈ ਹੁਕਮ ਕਿਧਰੇ ਨਹੀਂ ਦਿੱਤਾ। ਜੇ ਕਿਤੇ ਕੱਟੜ ਕਿਸਮ ਦੇ ਕੋਈ ਲੋਕ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਤਾਂ ਤੁਸੀਂ ਇਹਨੂੰ ਗੁਰਦੁਆਰਾ ਕਮੇਟੀ ਦੇ ਨਾਲ ਸਾਂਝੀ ਕਰੋ ਅਤੇ ਆਪਣੇ ਪਿੰਡ ਦੇ ਕੋਈ ਸਿਆਣੇ ਮੋਹਤਬਰ ਬੰਦੇ ਉਹਨਾਂ ਨਾਲ ਸਾਂਝੀ ਗੱਲ ਕਰ ਸਕਦੇ ਹੋ। ਜੇ ਮਸਲਾ ਨਾ ਵੀ ਹੱਲ ਹੋਵੇ ਤਾਂ ਤੁਸੀਂ ਬਹੁਤੇ ਲੰਮੇ ਝਗੜੇ 'ਚ ਪੈਣ ਦੀ ਥਾਂ 'ਤੇ ਹੱਲ ਦੀ ਘੜੀ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ 2 ਭਾਗ ਜਾਂ 4 ਭਾਗ ਵਿੱਚ ਲਿਆ ਕੇ ਰੱਖ ਲਓ। ਆਪਣੇ ਘਰ ਤੁਸੀਂ ਪਾਠ ਕਰ ਸਕਦੇ ਹੋ। ਇਹਨਾਂ ਤੋਂ ਪੁੱਛਣ ਦੀ, ਇਹਨਾਂ ਦੀ ਈਨ ਮੰਨਣ ਦੀ ਜ਼ਰੂਰਤ ਨਹੀਂ ਹੈ। ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਉਹਨਾਂ ਨੂੰ ਬਦਲਣਾ ਹੈ ਕਿ ਆਪਣੀ ਸਹੂਲਤ ਵਾਸਤੇ ਆਪਣੇ ਘਰ ਪੋਥੀਆਂ ਰੱਖਣੀਆਂ ਨੇ। ਕਿਸੇ ਨੇ ਕੁਝ ਵੀ ਪਾਬੰਦੀ ਲਾਈ ਹੋਵੇ, ਇਹ ਬਾਹਰੀ ਪਹਿਰਾਵੇ ਦੇ ਨਾਲ ਮਸਲਾ ਨਹੀਂ ਹੈ। ਸਿੱਖੀ ਦਾ ਮਸਲਾ ਹੈ ਮਨੁੱਖ ਦੇ ਸੁਭਾਅ ਦੇ ਬਦਲਣ ਦਾ, ਕਿ ਉਹ ਗੁਰੂ ਦੀ ਗੱਲ ਮੰਨਦਾ ਕਿ ਨਹੀਂ ਮੰਨਦਾ। ਮੇਰੇ ਨਾਲ ਨਿੱਜੀ ਤੌਰ 'ਤੇ ਵੀ ਇਹਨਾਂ ਲੋਕਾਂ ਨੇ ਕੁਝ ਥਾਵਾਂ 'ਤੇ ਇਸ ਤਰ੍ਹਾਂ ਕੀਤਾ ਕਿ ਤੂੰ ਸਾਡੇ ਵਾਲੀ ਸੰਸਥਾ ਹੈ ਉਹਦੇ ਤੋਂ ਸਿੱਖਿਆ ਨਹੀਂ ਲਈ, ਉਹਦੇ ਤੋਂ ਸੰਥਾ ਨਹੀਂ ਲਈ, ਤੂੰ ਸਾਡੇ ਵਾਲਾ ਪਹਿਰਾਵਾ ਨਹੀਂ ਪਾਇਆ, ਲੱਤਾਂ ਨੰਗੀਆਂ ਨਹੀਂ ਰੱਖਦਾ। ਇਹ ਸਾਰੀਆਂ ਮੇਰੇ 'ਤੇ ਵੀ ਕੁਝ ਟਾਈਮ 'ਤੇ ਇਹ ਗੱਲਾਂ ਥੋਪੀਆਂ ਗਈਆਂ ਨੇ ਅਤੇ ਮੈਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਦੇ ਜਵਾਬ ਦਿੰਦਾ ਰਿਹਾ ਅਤੇ ਬਹੁਤ ਕੁਝ
ਹੋਰ ਵਾਪਰਦਾ ਰਿਹਾ, ਪਰ ਫਿਰ ਵੀ ਆਪਾਂ ਹਿੰਮਤ ਨਹੀਂ ਹਾਰਨੀ। ਇਹਨਾਂ ਦੇ ਜਕੜਬੰਦ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਕੱਢਣਾ ਹੈ, ਘਰ ਘਰ ਬਾਣੀ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਜਿਹੜਾ ਵੀ ਦਿਲ ਕਰੇ ਬਾਣੀ ਪੜ੍ਹ ਸਕਦਾ ਹੈ। ਰਹੀ ਗੱਲ ਗੁਰੂ ਨਾਨਕ ਸਾਹਿਬ, ਜਿਹੜੇ ਸਾਡੇ ਮੋਢੀ ਸਨ, ਜਿਨ੍ਹਾਂ ਨੇ ਸਿੱਖ ਧਰਮ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਨੇ, ਜਿਨ੍ਹਾਂ ਨੇ ਬੀਜ ਬੀਜਿਆ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪਾਸੇ ਲਾਈ ਹੈ। ਬਾਕੀ ਗੁਰੂਆਂ ਨੇ ਉਹਨਾਂ ਦੀ ਬਣਾਈ ਜਿਹੜੀ ਪਲਾਨਿੰਗ ਸੀ ਉਹਦੇ ਮੁਤਾਬਕ ਬੇਅੰਤ ਕੰਮ ਕੀਤਾ ਹੈ। ਭਗਤਾਂ ਨੇ ਆਪਣਾ ਬੇਅੰਤ ਯੋਗਦਾਨ ਪਾਇਆ ਅਤੇ ਆਪਾਂ ਉਧਰ ਧਿਆਨ ਮਾਰੀਏ। ਗੁਰੂ ਸਾਹਿਬਾਨ ਜੋਗੀਆਂ ਨਾਲ, ਸਾਧਾਂ ਨਾਲ, ਪਖੰਡੀਆਂ ਨਾਲ, ਡਾਕੂਆਂ ਚੋਰਾਂ ਨਾਲ ਵੀ ਵਿਚਾਰ ਵਟਾਂਦਰਾ ਕਰਦੇ ਰਹੇ ਨੇ। ਜੇ ਉਹ ਗੁਰਬਾਣੀ ਪੜ੍ਹਨਗੇ ਹੀ ਨਹੀਂ, ਜੇ ਉਹ ਸੁਣਨਗੇ ਹੀ ਨਹੀਂ, ਤਾਂ ਉਹਨਾਂ ਦਾ ਸੁਭਾਅ ਬਦਲੇਗਾ ਕਿਵੇਂ? ਉਹ ਇਸ ਪਾਸੇ ਆਉਣਗੇ ਕਿਵੇਂ? ਗੁਰੂ ਸਾਹਿਬ ਨੇ ਤਾਂ ਜਟਾਧਾਰੀਆਂ ਨੂੰ, ਸਿਰ 'ਚ ਜਿਨ੍ਹਾਂ ਨੇ ਸੁਆਹ ਪਾਈ ਹੈ, ਉਹਨਾਂ ਨੂੰ, ਨਾਂਗੇ ਸਾਧਾਂ ਨੂੰ ਵੀ ਮਿਲ ਕੇ ਸਮਝਾਉਣ ਦਾ ਉਪਰਾਲਾ ਕੀਤਾ। ਅੱਜ ਗੁਰਬਾਣੀ ਦੇ ਨੇੜੇ ਜਾਣ ਤੋਂ ਕਿਸੇ ਨੂੰ ਰੋਕਣਾ ਇਹ ਬਹੁਤ ਬੁਰੀ ਗੱਲ ਹੈ। ਸੋ ਤੁਸੀਂ ਆਪਣੇ ਅੰਦਰ ਹੌਸਲਾ ਪੈਦਾ ਕਰੋ ਕਿ ਮੈਂ ਗੁਰਬਾਣੀ ਜ਼ਰੂਰ ਪੜ੍ਹਨੀ ਹੈ। ਆਪਣੇ ਘਰ ਪੋਥੀਆਂ ਰੱਖ ਲਓ ਅਤੇ ਇਹਨਾਂ ਦੀ ਗੁਲਾਮੀ ਨੂੰ ਤੁਸੀਂ ਆਪਣੇ ਗਲੋਂ ਲਾਹ ਦਿਓ। ਤੁਸੀਂ ਵੀ ਓਨਾ ਹੀ ਗੁਰਬਾਣੀ ਪੜ੍ਹਨ ਦਾ ਹੱਕ ਰੱਖਦੇ ਹੋ ਜਿੰਨੇ ਕਿ ਬਾਕੀ ਦਾੜੀ ਕੇਸਾਂ ਵਾਲੇ ਜਾਂ ਅੰਮ੍ਰਿਤਧਾਰੀ ਹੱਕ ਰੱਖਦੇ ਨੇ। ਗੁਰਬਾਣੀ ਪੜ੍ਹਨ ਤੋਂ ਕਿਸੇ ਨੂੰ ਰੋਕਿਆ ਜਾਣਾ ਵੱਡਾ ਦੁਸ਼ਟ ਕਰਮ ਹੈ, ਸਿੱਖਾਂ ਨਾਲ ਧਰੋਹ ਕਮਾਉਣ ਵਾਲੀ ਗੱਲ ਹੈ। ਸਵਾਲ ਨੰਬਰ 262 ਭਾਈ ਭਗਵੰਤ ਸਿੰਘ ਮਲੇਰਕੋਟਲਾ। ਇਹਨਾਂ ਦਾ ਸਵਾਲ ਹੈ, ਕਾਰ ਜਾਂ ਬੱਸ ਦੇ ਸਫ਼ਰ ਸਮੇਂ ਕੀ ਅਸੀਂ ਪਾਠ ਕਰ ਸਕਦੇ ਹਾਂ? ਜੇ ਜੋੜੇ ਨਾ ਉਤਾਰੀਏ ਤਾਂ ਕੋਈ ਮਨਮਤ ਹੋ ਜਾਵੇਗੀ। ਗੁਰੂ ਪਿਆਰ ਵਾਲਿਓ, ਇਹਨਾਂ ਪੁਜਾਰੀਆਂ ਨੇ, ਅਖੌਤੀ ਡੇਰੇਦਾਰਾਂ ਨੇ, ਟਕਸਾਲਾਂ ਨੇ ਅਤੇ ਹੋਰ ਆਪਣੇ ਆਪ ਨੂੰ ਸੁਚਮ ਰੱਖਣ ਦਾ ਭਰਮ ਪਾਲਣ ਵਾਲੇ ਲੋਕਾਂ ਨੂੰ ਇਹਨਾਂ ਨੇ ਬਹੁਤ ਗੁੰਮਰਾਹ ਕੀਤਾ ਹੈ, ਕੁਰਾਹੇ ਪਾਇਆ। ਹੁਣ ਫਰਜ਼ ਕਰੋ, ਅਸੀਂ ਗੁਟਕਾ ਤਾਂ ਭਾਵੇਂ ਹੱਥ 'ਚ ਨਹੀਂ ਲਿਆ, ਪੋਥੀ ਭਾਵੇਂ ਹੱਥ 'ਚ ਨਹੀਂ ਲਈ, ਪਰ ਜ਼ਬਾਨੀ ਵੀ ਤਾਂ ਪਾਠ ਆਪਾਂ ਕਰ ਸਕਦੇ ਹਾਂ। ਜਦੋਂ ਜ਼ਬਾਨੀ ਆਪਾਂ ਤੁਰੇ ਫਿਰਦੇ ਪਾਠ ਕਰ ਰਹੇ ਹਾਂ ਅਤੇ ਉਦੋਂ ਕੀ ਜੋੜੇ ਉਤਾਰ ਕੇ ਪਾਠ ਕਰਦੇ ਹਾਂ, ਕੀ ਚੌਂਕੜਾ ਮਾਰ ਕੇ ਪਾਠ ਕਰਦੇ ਹਾਂ? ਇਹਨਾਂ ਨੇ ਸਾਨੂੰ ਅਜਿਹੇ ਭਰਮਾਂ ਦੇ ਵਿੱਚ ਬੁਰੀ ਤਰ੍ਹਾਂ ਜਕੜ ਦਿੱਤਾ ਹੈ ਅਤੇ ਗੁਰਬਾਣੀ ਇਸੇ ਕਰਕੇ ਸਾਨੂੰ ਪੜ੍ਹਨ ਦਾ ਸੁਭਾਅ ਹੀ ਮੁੱਕ ਗਿਆ। ਅਤੇ ਗੁਰਬਾਣੀ ਸਾਨੂੰ ਕੀ ਹੁਕਮ ਦਿੰਦੀ ਹੈ, ਆਮ ਸਿੱਖ ਨੂੰ ਅੱਜ ਪਤਾ ਹੀ ਨਹੀਂ ਹੈ, ਕਿਉਂਕਿ ਇਹਨਾਂ ਨੇ ਆਪਣੀਆਂ ਬ੍ਰਾਹਮਣੀ ਮਰਿਆਦਾਵਾਂ ਸਾਡੇ ਉੱਤੇ ਇੰਨਾ ਬੁਰੀ ਤਰ੍ਹਾਂ ਥੋਪ ਦਿੱਤੀਆਂ ਅਤੇ ਆਮ ਸਿੱਖ ਬੇਬਸ ਹੋ ਕੇ ਰਹਿ ਗਿਆ। ਅਤੇ ਇਹਨਾਂ ਨੇ ਆਪਣੀ ਕਿਰਪਾਨ ਅਤੇ 5 ਕਕਾਰ ਧਾਰਨ ਕਰਨ ਦਾ ਇੰਨਾ ਰੋਹਬ ਲੋਕਾਂ ਦੇ ਉੱਤੇ ਪਾ ਦਿੱਤਾ। ਲੋਕਾਂ ਨੂੰ ਇਉਂ ਲੱਗਣ ਲੱਗ ਪਿਆ ਕਿ ਅਸੀਂ ਤਾਂ ਬਹੁਤ ਘਟੀਆ ਸਿੱਖਾਂ, ਅਸਲੀ ਸਿੱਖ ਤਾਂ ਸ਼ਾਇਦ ਉਹੀ ਹੋਣਗੇ। ਪਰ ਜਦੋਂ ਇਹਨਾਂ ਦਾ ਅੰਦਰ ਫਰੋਲੀਏ ਅਤੇ ਆਮ ਸਿੱਖਾਂ ਨਾਲੋਂ ਵੀ ਇਹ ਬਹੁਤ ਘਟੀਆ ਸਿੱਧ ਹੁੰਦੇ ਨੇ। ਕੋਈ ਵਿਰਲਾ ਹੋਵੇਗਾ ਜਿਹੜਾ ਜੀਵਨ ਦੇ ਵਿੱਚ ਗੁਰਬਾਣੀ ਅਨੁਸਾਰ ਪਰਪੱਕਤਾ ਨਾਲ ਪਹਿਰਾ ਦਿੰਦਾ ਹੋਵੇਗਾ, ਨਹੀਂ ਤਾਂ ਇਹ ਬਹੁਤੇ ਪਖੰਡੀ ਹੀ ਨਜ਼ਰ ਆਉਣਗੇ। ਅਤੇ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ, ਕੀ ਆਪਾਂ ਬੱਸਾਂ ਦੇ ਵਿੱਚ ਜਾਂ ਆਪਣੀਆਂ ਕਾਰਾਂ ਦੇ ਵਿੱਚ ਜੇ ਗੁਰਬਾਣੀ ਦੀ ਕੋਈ ਕੈਸਟ ਲਾ ਲਈਏ ਅਤੇ ਅੱਜ ਨੈੱਟ ਦੇ ਉੱਤੋਂ ਬਾਣੀ ਸੁਣ ਲਈਏ, ਕੀ ਇਹ ਪਾਪ ਹੋ ਗਿਆ? ਅਤੇ ਫਿਰ ਤਾਂ ਨੈੱਟ ਦੇ ਉੱਤੇ ਬਾਣੀ ਪਾਉਣੀ ਵੀ ਪਾਪ ਹੋਵੇਗੀ। ਇਹਨਾਂ ਨੇ ਤਾਂ ਹੁਣ ਤੱਕ ਇਹ ਵੀ ਢੰਡੋਰਾ ਪਿੱਟਿਆ ਕਿ ਅਖਬਾਰਾਂ ਦੇ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਨਹੀਂ ਛਪਣੀਆਂ ਚਾਹੀਦੀਆਂ, ਪਰ ਇਹਨਾਂ ਬੇਵਕੂਫਾਂ ਨੂੰ ਪੁੱਛਣ ਵਾਲਾ ਹੋਵੇ ਅਤੇ ਫਿਰ ਪ੍ਰਚਾਰ ਕਿਵੇਂ ਹੋਵੇਗਾ ਗੁਰਬਾਣੀ ਦਾ? ਅੱਜ ਇਹਨਾਂ ਨੂੰ ਚਾਹੀਦਾ ਸੀ ਮੁਕੱਦਮੇ ਦਰਜ ਕਰ ਦਿੰਦੇ ਇੰਟਰਨੈੱਟ ਦੇ ਮਾਲਕਾਂ 'ਤੇ ਕਿ ਸਾਡੀ ਗੁਰਬਾਣੀ ਇੰਟਰਨੈੱਟ 'ਤੇ YouTube 'ਤੇ ਨਹੀਂ ਪੈਣੀ ਚਾਹੀਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਅਰਥਾਂ ਸਮੇਤ ਅਤੇ ਬਿਨਾਂ ਅਰਥਾਂ ਤੋਂ ਨਾਲੇ ਬੋਲ ਕੇ ਅਤੇ ਜਾਂ ਪੜ੍ਹ ਕੇ ਸਾਰੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ YouTube 'ਤੇ ਇੰਟਰਨੈੱਟ 'ਤੇ ਪਈ ਹੋਈ ਹੈ ਅਤੇ ਮੋਬਾਈਲਾਂ ਦੇ ਵਿੱਚ ਵੀ ਬਹੁਤ ਸਾਰੇ ਭੈਣ ਭਾਈ ਗੁਰਬਾਣੀ ਨੂੰ ਫੀਡ ਕਰਕੇ ਰੱਖਦੇ ਨੇ ਅਤੇ ਜਦੋਂ ਦਿਲ ਕਰੇ ਪੜ੍ਹ ਲੈਂਦੇ ਨੇ, ਜਦੋਂ ਦਿਲ ਕਰੇ ਕੋਈ ਪੰਨਾ ਲੱਭ ਲੈਂਦੇ ਨੇ, ਅਰਥ ਵੇਖ ਲੈਂਦੇ ਨੇ। ਇਹ ਤਾਂ ਸਗੋਂ ਸਹੂਲਤਾਂ ਕਿੰਨੀਆਂ ਸਾਰੀਆਂ ਹੋ ਗਈਆਂ। ਇਹਨਾਂ ਨੇ ਤਾਂ ਇਸ ਗੱਲ ਦਾ ਵੀ ਸ਼ੋਰ ਮਚਾਇਆ ਕਿ ਗੁਰਬਾਣੀ ਦੀਆਂ ਪੋਥੀਆਂ ਛਾਪਣੀਆਂ ਨਹੀਂ ਚਾਹੀਦੀਆਂ। ਜਦੋਂ ਛਪੀਆਂ ਨੇ ਉਦੋਂ ਵੀ ਇਹਨਾਂ ਨੇ ਪਿੱਟ ਸਿਆਪਾ ਕੀਤਾ ਸੀ। ਫਿਰ ਇਹਨਾਂ ਨੇ ਇਹ ਵੀ ਸ਼ੋਰ ਮਚਾਇਆ ਕਿ ਗੁਰਬਾਣੀ ਦੀਆਂ ਪੰਗਤੀਆਂ, ਸ਼ਬਦ ਇਹ ਜੁੜੇ ਹੋਏ ਹੋਣੇ ਚਾਹੀਦੇ ਨੇ, ਇਹਨਾਂ ਨੂੰ ਵੱਖਰੇ ਵੱਖਰੇ ਸ਼ਬਦ ਉਚਾਰਨ ਦੇ ਢੰਗ ਨਾਲ ਨਹੀਂ ਕਰਨੇ ਚਾਹੀਦੇ, ਕਿਉਂਕਿ ਪੁਰਾਣੇ ਸਮਿਆਂ 'ਚ ਇੱਕੋ ਲਕੀਰ ਮਾਰ ਕੇ ਉਹਦੇ ਨਾਲ ਅੱਖਰ ਲਿਖੇ ਜਾਂਦੇ ਸੀ। ਇਹਨੂੰ ਜੁੜਵੇਂ ਅੱਖਰਾਂ ਵਾਲੀਆਂ ਬੀੜਾਂ ਕਿਹਾ ਜਾਂਦਾ ਸੀ ਅਤੇ ਇਹੋ ਜਿਹੀਆਂ ਹੱਥ ਲਿਖਤ ਬੀੜਾਂ ਅੱਜ ਵੀ ਲਿਖੀ ਜਾ ਰਹੇ ਨੇ ਅਤੇ ਪੁਰਾਣੇ ਸਮਿਆਂ 'ਚ ਇਹਨਾਂ ਨੇ ਛਪਾਈਆਂ ਵੀ ਇਸੇ ਤਰੀਕੇ ਸੀ ਜਿਹੜੀਆਂ ਕਿ ਆਮ ਇਨਸਾਨ ਵਾਸਤੇ
ਪੜ੍ਹਨੀਆਂ ਬਹੁਤ ਔਖੀਆਂ ਨੇ, ਉਚਾਰਨ ਕਰਨਾ ਬਹੁਤ ਔਖਾ ਹੈ। ਇਸੇ ਕਰਕੇ ਫਿਰ ਇਹ ਸੰਥਾ ਦਾ ਸਿਆਪਾ ਸਾਡੇ ਗਲ 'ਚ ਪਾਉਂਦੇ ਸੀ ਕਿ ਪਹਿਲਾਂ ਸੰਥਾ ਲਓ ਫਿਰ ਤੁਸੀਂ ਇਹ ਪਾਠ ਕਰਿਆ ਕਰੋ। ਸੋ ਇਹਨਾਂ ਜਿਹੜੇ ਲੋਕ ਨੇ ਸਾਨੂੰ ਡਰਾ ਰਹੇ ਨੇ, ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਆਪਣੇ ਅੰਦਰ ਹਿੰਮਤ ਹੌਸਲਾ ਪੈਦਾ ਕਰੋ ਅਤੇ ਜਦੋਂ ਦਿਲ ਕਰੇ, ਜਦੋਂ ਸਮਾਂ ਹੋਵੇ, ਤੁਸੀਂ ਬਾਣੀ ਪੜ੍ਹ ਸਕਦੇ ਹੋ। ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ। ਕੋਈ ਤੁਹਾਨੂੰ ਪਾਪ ਨਹੀਂ ਲੱਗਦਾ। ਇਹ ਸਾਨੂੰ ਡਰਾਇਆ ਗਿਆ। ਨਾਲੇ ਤਾਂ ਆਪ ਹੀ ਕਹੀ ਜਾਂਦੇ ਨੇ ਗੁਰਬਾਣੀ ਪੜ੍ਹਨ ਵਾਲੇ ਦੇ ਸਾਰੇ ਪਾਪ ਉਤਰ ਜਾਂਦੇ ਨੇ, ਪਰ ਤੁਸੀਂ ਗੁਰਬਾਣੀ ਪੜ੍ਹਨ ਤੋਂ ਰੋਕੀ ਜਾ ਰਹੇ ਹੋ। ਕਿੰਨੀ ਸ਼ਰਮ ਦੀ ਗੱਲ ਹੈ। ਆਪਣੀਆਂ ਗੱਲਾਂ ਦੀ ਆਪ ਹੀ ਕਾਟ ਕਰੀ ਜਾਂਦੇ ਨੇ, ਬਹਾਨੇ ਲਾ ਕੇ ਗੁਰਬਾਣੀ ਪੜ੍ਹਨ ਤੋਂ ਵੀ ਰੋਕੀ ਜਾਂਦੇ ਨੇ। ਆਹ ਜਿਹੜੇ ਸਤਿਕਾਰ ਕਮੇਟੀ ਦਾ ਨਾਮ ਲੈ ਕੇ ਕੁਝ ਵਿਗੜੇ ਹੋਏ ਮੱਤ ਵਾਲੇ ਲੋਕ, ਇਹ ਲੋਕਾਂ ਦੇ ਘਰਾਂ 'ਚੋਂ ਕਿ ਇੱਥੇ ਸਤਿਕਾਰ ਨਹੀਂ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਚੁੱਕ ਲਿਆਉਂਦੇ ਨੇ ਅਤੇ ਘਰ ਵਾਲਿਆਂ ਨੂੰ ਅਪਮਾਨਿਤ ਕਰਦੇ ਨੇ। ਅਤੇ ਕੁਝ ਕੁ ਲੋਕਾਂ ਦਾ ਤਾਂ ਇਹਨਾਂ ਨੇ ਕੁੱਟਮਾਰ ਵੀ ਕੀਤੀ ਹੈ ਅਤੇ ਬਹੁਤ ਕੁਝ ਉਹਨਾਂ ਨੂੰ ਬੇਇੱਜ਼ਤ ਕੀਤਾ, ਜਿਹੜਾ ਕਿ ਸ਼ਰਮਨਾਕ ਗੱਲ ਹੈ। ਘਰ ਦੇ ਵਿੱਚ ਕੋਈ ਸਿੱਖ ਹੈ ਜਾਂ ਗੈਰ ਸਿੱਖ ਹੈ, ਅੰਮ੍ਰਿਤਧਾਰੀ ਹੈ ਜਾਂ ਬੇਅੰਮ੍ਰਿਤੀਆ ਹੈ, ਉਹ ਜੇ ਸੰਭਾਲ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਜਾਂ ਬੀੜ ਆਪਣੇ ਘਰ 'ਚ ਰੱਖਦਾ ਹੈ ਤਾਂ ਇਹ ਉਹਨੂੰ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ। ਉਹ ਵੀ ਤਕੜਾ ਹੋਵੇ, ਦਲੇਰ ਹੋਵੇ ਅਤੇ ਉਹ ਕਹਿ ਦੇਵੇ ਕਿ ਮੈਂ ਤਾਂ ਭਾਈ ਤੁਹਾਡੀਆਂ ਪੋਥੀਆਂ ਨਹੀਂ ਹੁਣ ਰੱਖਦਾ, ਮੈਂ ਤਾਂ ਸੀਡੀਆਂ ਰੱਖ ਲਈਆਂ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਨੂੰ ਆਪਣੇ ਮੋਬਾਈਲ 'ਚ ਡਾਊਨਲੋਡ ਕਰ ਲਿਆ, ਹੁਣ ਮੈਨੂੰ ਤੁਹਾਡੇ ਕਿਸੇ ਤਰ੍ਹਾਂ ਦੇ ਕੋਈ ਖੌਫ ਦੀ ਮੈਨੂੰ ਲੋੜ ਨਹੀਂ ਹੈ, ਮੈਂ ਤੁਹਾਤੋਂ ਨਹੀਂ ਡਰਦਾ, ਕਿਉਂਕਿ ਹੁਣ ਤਾਂ ਮੇਰੇ ਮੋਬਾਈਲ ਦੇ ਵਿੱਚ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਕਹਿ ਦਿਆ ਕਰੋ। ਸਵਾਲ ਨੰਬਰ 263 ਭਾਈ ਸੰਦੀਪ ਸਿੰਘ ਅੰਮ੍ਰਿਤਸਰ। ਇਹਨਾਂ ਦਾ ਸਵਾਲ ਹੈ, ਵਿਵੇਕ ਦਾ ਕੀ ਅਰਥ ਹੈ? ਇਹ ਸ਼ਬਦ ਕਿੱਥੋਂ ਆਇਆ ਹੈ? ਖੋਲ੍ਹ ਕੇ ਦੱਸਣਾ ਜੀ। ਇਹ ਸ਼ਬਦ ਗੁਰਬਾਣੀ 'ਚ ਬਹੁਤ ਵਾਰੀ ਵਰਤਿਆ ਗਿਆ ਅਤੇ ਕੁਝ ਜਥੇਬੰਦੀਆਂ ਨੇ ਆਪਣੇ ਨਾਮ ਨਾਲ ਇਹ ਵਿਵੇਕ ਜਾਂ ਵਿਵੇਕੀ ਸ਼ਬਦ ਵੀ ਜੋੜ ਲਿਆ ਹੋਇਆ। ਇਹਦਾ ਅਸਲ ਅਰਥ ਤਾਂ ਸੀ ਅਕਲਵੰਦ, ਗਿਆਨਵਾਨ, ਬੁੱਧੀਵਾਨ, ਦੂਰ ਅੰਦੇਸ਼, ਸਮਾਜ ਵਾਸਤੇ ਭਲੇ ਕੰਮ ਕਰਨ ਵਾਲਾ, ਸਮਾਜ ਦੇ ਕਲਿਆਣ ਵਾਸਤੇ ਆਪਣਾ ਯੋਗਦਾਨ ਪਾਉਣ ਵਾਲਾ ਅਕਲਵੰਦ ਇਨਸਾਨ। ਇਹਦਾ ਅਰਥ ਤਾਂ ਇਹ ਬਣਦਾ ਸੀ, ਪਰ ਭਾਈ ਰਣਧੀਰ ਸਿੰਘ ਦੇ ਜਥੇ ਵਾਲਿਆਂ ਨੇ ਇਹਨੂੰ ਆਪਣੇ ਜਥੇ ਦੇ ਨਾਲ ਪੱਕਾ ਜੋੜ ਲਿਆ ਅਤੇ ਜਿਵੇਂ ਕਿ ਹੋਰ ਬੰਦਾ ਵਿਵੇਕੀ ਹੋ ਹੀ ਨਹੀਂ ਸਕਦਾ। ਇੱਥੇ ਗੁਰਬਾਣੀ 'ਚ ਵੀ ਇਹਦੀ ਵਰਤੋਂ ਹੋਈ ਹੈ। ਭਾਵਨਾ ਹੈ ਗੁਰੂ ਸਾਹਿਬ ਦੀ ਕਿ ਹਰੇਕ ਇਨਸਾਨ ਵਿਵੇਕੀ ਹੋਵੇ, ਭਾਵ ਕਿ ਵੱਡੀ ਉੱਚੀ ਬੁੱਧੀ ਵਾਲਾ, ਗਿਆਨਵਾਨ, ਅਕਲਮੰਦ ਇਨਸਾਨ ਬਣ ਜਾਵੇ। ਅਕਲ ਤੋਂ ਬਹੁਤ ਸਾਰੇ ਅਰਥਾਂ ਦੇ ਵਿੱਚ, ਬਹੁਤ ਸਾਰੇ ਢੰਗਾਂ ਦੇ ਨਾਲ ਅਕਲ ਨੂੰ ਵਰਤਣ ਦੇ ਗੁਰੂ ਸਾਹਿਬ ਨੇ ਤੌਰ ਤਰੀਕੇ ਦੱਸੇ ਨੇ। ਕਿਤੇ ਉਹਨੂੰ ਅਕਲ ਆਖਿਆ, ਕਿਤੇ ਗਿਆਨ ਆਖਿਆ, ਕਿਤੇ ਬੁੱਧੀ ਆਖਿਆ, ਕਿਤੇ ਵਿਵੇਕ ਆਖਿਆ, ਕਿਤੇ ਹੰਸਵਿਰਤੀ ਆਖਿਆ। ਗੱਲ ਉਹੀ ਹੈ ਕਿ ਤੁਸੀਂ ਅਕਲਮੰਦ ਬਣੋ, ਠੀਕ ਅਤੇ ਗਲਤ ਦੀ ਪਛਾਣ ਕਰਨ ਯੋਗ ਹੋਵੋ। ਅਤੇ ਜਿਵੇਂ ਹੰਸ ਬਾਰੇ ਪ੍ਰਚਲਿਤ ਹੈ ਕਿ ਉਹ ਪਾਣੀ ਨੂੰ ਅਤੇ ਦੁੱਧ ਨੂੰ ਵੱਖਰਾ ਕਰ ਲੈਂਦਾ, ਮੋਤੀ ਨੂੰ ਅਤੇ ਪੱਥਰ ਨੂੰ ਪਛਾਣ ਸਕਦਾ, ਉਹ ਡੱਡੀਆਂ ਵਗੈਰਾ ਨਹੀਂ ਖਾਂਦਾ, ਉਹ ਸਿਰਫ ਹੀਰੇ ਮੋਤੀ ਖਾਂਦਾ। ਇਹ ਉਹਨੇ ਹੰਸ ਦੇ ਨਾਲ ਜੋੜੀਆਂ ਗਈਆਂ ਗੱਲਾਂ ਬਾਤਾਂ ਨੇ ਬੰਦੇ ਨੂੰ ਸਮਝਾਉਣ ਵਾਸਤੇ। ਉਹਦਾ ਹੰਸ ਦਾ ਤਾਂ ਜਿਹੋ ਜਿਹਾ ਮਰਜ਼ੀ ਸੁਭਾਅ ਹੈ, ਉਹਨੇ ਤਾਂ ਅਚੇਤ ਮਨ ਦੇ ਨਾਲ ਉਹੀ ਕੰਮ ਲਗਾਤਾਰ ਕਰਦੇ ਜਾਣੇ ਨੇ, ਉਹਦੇ ਵਿੱਚ ਬਦਲਾਅ ਕੋਈ ਨਹੀਂ ਆਉਣਾ। ਮਨੁੱਖ ਦੇ ਵਿੱਚ ਬਦਲਾਅ ਆ ਸਕਦਾ ਹੈ। ਪੁਰਾਣੀ ਗਲਤ ਗੱਲ ਨੂੰ ਛੱਡ ਕੇ ਨਵੀਂ ਚੰਗੀ ਗੱਲ ਸਿੱਖੀ ਜਾ ਸਕਦੀ ਹੈ। ਕੁਰਾਹੇ ਪਿਆ ਮਨੁੱਖ ਵੀ ਸਹੀ ਰਾਹ 'ਤੇ ਆ ਸਕਦਾ ਹੈ। ਭੈੜੇ ਤੋਂ ਭੈੜਾ ਚੋਰ ਠੱਗ ਵੀ ਗੁਰਮੁਖ ਗੁਰਸਿੱਖ ਬਣ ਸਕਦਾ ਹੈ, ਨੇਕ ਇਨਸਾਨ ਬਣ ਸਕਦਾ ਹੈ। ਇਹ ਹੈ ਜੇ ਉਹਦੀ ਬੁੱਧੀ ਦੇ ਵਿੱਚ ਕੁਝ ਬਦਲਾਅ ਆ ਜਾਵੇ ਤਾਂ। ਇਹ ਵਿਵੇਕ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਆਇਆ ਹੈ, ਭਾਵ ਕਿ ਬੁੱਧੀਵਾਨ, ਅਕਲਮੰਦ। ਇੱਥੇ ਗੁਰਬਾਣੀ 'ਚ ਬੱਬੇ ਨਾਲ, ਭਾਵ ਕਿ ਸੰਸਕ੍ਰਿਤ ਦੇ ਵਿੱਚ ਆਇਆ ਹੈ ਵਾਵੇ ਨਾਲ, ਵਾਵੇ ਨੂੰ ਸਿਹਾਰੀ, ਵਾਵੇ ਨੂੰ ਲਾਂ ਅਤੇ ਕੱਕਾ। ਗੁਰਬਾਣੀ 'ਚ ਬੱਬੇ ਨੂੰ ਸਿਹਾਰੀ, ਬੱਬੇ ਨੂੰ ਲਾਂ ਅਤੇ ਕੱਕਾ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਇੱਥੋਂ ਤੱਕ ਲਿਖਦੇ ਨੇ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੇਰਾ। ਸਾਨੂੰ ਗੁਰੂ ਨੇ ਬੁੱਧੀ ਦਿੱਤੀ, ਗਿਆਨ ਦਿੱਤਾ, ਅਕਲ ਦਿੱਤੀ, ਚੰਗੇ ਇਨਸਾਨ ਬਣਨ ਵਾਸਤੇ ਸਾਡਾ ਮਾਰਗਦਰਸ਼ਨ ਕੀਤਾ। ਅਸੀਂ ਵਿਵੇਕ ਬੁੱਧੀ ਵਾਲੇ, ਭਾਵ ਕਿ ਅਕਲਮੰਦ ਬਣ ਗਏ। ਇੱਥੋਂ ਤੱਕ ਪਰਮਾਤਮਾ ਨੂੰ, ਰੱਬ ਨੂੰ ਜਾਂ ਸਾਡੇ ਗਿਆਨ ਨੂੰ ਗੁਰੂ ਸਾਹਿਬ ਨੇ ਬੜੀ ਮਹਾਨਤਾ ਦਿੱਤੀ ਹੈ। ਗੁਰੂ ਸਾਹਿਬ ਇੱਕ ਥਾਂ 'ਤੇ ਲਿਖਦੇ ਨੇ, ਹਮਰੋ ਭਰਤਾ ਬੜੋ ਵਿਵੇਕੀ, ਆਪੇ ਸੰਤ ਕਹਾਵੈ। ਸਾਡਾ ਰੱਬ, ਸਾਡਾ ਮਾਲਕ, ਸਾਡਾ ਪ੍ਰਭੂ, ਸਾਡਾ ਪਤੀ,
ਉਹ ਤਾਂ ਸਾਡਾ ਸੰਤ ਵੀ ਉਹੀ ਹੈ, ਵਿਵੇਕੀ ਵੀ ਉਹੀ ਹੈ। ਹਮਰੋ ਭਰਤਾ ਬੜੋ ਵਿਵੇਕੀ, ਉਹ ਬਹੁਤ ਅਕਲਮੰਦ ਹੈ। ਆਪੇ ਸੰਤ ਕਹਾਵੈ, ਉਹ ਸਾਡੀਆਂ ਨਜ਼ਰਾਂ 'ਚ ਸੰਤ ਹੈ, ਹੋਰ ਕੋਈ ਵੱਖਰਾ ਸੰਤ ਨਹੀਂ ਹੈ। ਉਹ ਹਮਾਰਾ ਮਾਥਾ ਹੈ ਕਾਇਮ, ਉਹੀ ਸਾਡੇ ਸਿਰ ਦੇ ਵਿੱਚ, ਮੱਥੇ ਦੇ ਵਿੱਚ ਕਾਇਮ ਹੈ, ਭਾਵ ਕਿ ਦਿਮਾਗ ਦੇ ਵਿੱਚ ਟਿਕਿਆ ਹੋਇਆ, ਕਿਉਂਕਿ ਦਿਮਾਗ ਸਿਰ ਦੇ ਵਿੱਚ ਹੀ ਹੁੰਦਾ ਹੈ। ਉਹ ਹਮਾਰਾ ਮਾਥਾ ਹੈ ਕਾਇਮ ਔਰ ਹਮਰਾ ਨਿਕਟ ਨਾ ਆਵੇ। ਭਾਈ ਕੋਈ ਹੋਰ ਆਪਣੀ ਮੱਤ ਦੇਣ ਦਾ ਸਾਨੂੰ ਯਤਨ ਨਾ ਕਰਿਓ। ਅਸੀਂ ਉੱਤਮ ਦਰਜੇ ਦੀ ਮੱਤ ਗੁਰੂ ਤੋਂ ਲੈ ਰਹੇ ਹਾਂ ਅਤੇ ਗੁਰੂ ਦੇ ਕੋਲੋਂ ਉੱਤਮ ਦਰਜੇ ਦੀ ਮੱਤ ਮਿਲਦੀ ਹੈ। ਗੁਰੂ ਸਾਨੂੰ ਕੁਰਾਹੀ ਨਹੀਂ ਪਾਉਂਦਾ, ਚੰਗੇ ਇਨਸਾਨ ਬਣਾਉਂਦਾ। ਵਿਵੇਕ ਦਾ ਮਤਲਬ ਹੈ ਉੱਤਮ ਬੁੱਧੀ ਵਾਲਾ, ਅਕਲਮੰਦ, ਗਿਆਨਵਾਨ ਇਨਸਾਨ। ਪਹਿਰਾਵੇ ਦੇ ਪਿੱਛੇ ਨਹੀਂ ਜਾਣਾ, ਉਹਦੀ ਅਕਲ ਦੀ ਪਰਖ ਕਰਨੀ ਹੈ ਕਿ ਜਿਹੜਾ ਮਨੁੱਖ ਜਿਹਨੂੰ ਬੁੱਧੀਵਾਨ, ਗਿਆਨਵਾਨ ਜਾਂ ਵਿਵੇਕੀ ਕਿਹਾ ਜਾ ਰਿਹਾ, ਉਹਨੇ ਸਮਾਜ ਦੇ ਕਲਿਆਣ ਵਾਸਤੇ ਕੀ ਕੀਤਾ ਅਤੇ ਅੱਗੋਂ ਕੀ ਕਰੇਗਾ। ਵਰਤਮਾਨ ਸਮੇਂ 'ਚ ਉਹਦੀ ਪਰਖ ਆਪਾਂ ਕਰ ਸਕਦੇ ਹਾਂ। ਅੰਨੇ ਹੋ ਕੇ ਕਿਸੇ ਦੇ ਮਗਰ ਨਹੀਂ ਲੱਗਣਾ। ਜੇ ਕਿ ਪ੍ਰਚਾਰ ਦਿੱਤਾ ਇਹ ਤਾਂ ਵਿਵੇਕੀ ਹੈ, ਇਹ ਕਹਿਣ ਨਾਲ ਕੋਈ ਵਿਵੇਕੀ ਨਹੀਂ ਬਣਿਆ ਕਰਦਾ। ਅਸੀਂ ਉਹਦੇ ਕੰਮ ਵੇਖਣੇ ਨੇ। ਅਸਲ ਵਿਵੇਕੀ ਤਾਂ ਵਿਗਿਆਨੀ ਨੇ, ਡਾਕਟਰ ਨੇ, ਇੰਜੀਨੀਅਰ ਨੇ, ਜਿਹੜੇ ਸਮਾਜ ਨੂੰ ਚੰਗੇ ਰਾਹ ਪਾਉਂਦੇ ਨੇ। ਅਸਲ ਵਿਵੇਕੀ ਤਾਂ ਭਾਈ ਉਹੀ ਨੇ। ਇਹ ਬਾਕੀ ਤਾਂ ਪਹਿਰਾਵੇ ਪਾ ਕੇ, ਅੱਖਾਂ ਮੀਟ ਕੇ, ਚੌਂਕੜੇ ਮਾਰ ਕੇ ਪਖੰਡ ਕਰਨ ਵਾਲੇ ਨੇ। ਇਹਨਾਂ ਤੋਂ ਬਚਿਆ ਜਾਵੇ। ਸਵਾਲ ਨੰਬਰ 264 ਭਾਈ ਕੁਲਦੀਪ ਸਿੰਘ ਹਿਸਾਰ ਹਰਿਆਣਾ ਤੋਂ। ਇਹਨਾਂ ਦਾ ਸਵਾਲ ਹੈ, ਇੱਕੋ ਦੇ ਅਰਥ ਜੇ ਇੱਕੋ ਹਨ, ਭਾਵ ਕਿ ਏਕਾ ਊੜਾ ਖੁੱਲ੍ਹੇ ਮੂੰਹ ਵਾਲਾ, ਜੇ ਇੱਕੋ ਇਹਨੂੰ ਕਹਿਣਾ ਹੈ ਅਤੇ ਇਹਦੇ ਅਰਥ ਇੱਕੋ ਨੇ, ਤਾਂ ਪੰਨਾ 296 'ਤੇ ਲਿਖਿਆ ਹੈ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਫਿਰ ਇਹ ਕਿਉਂ ਹੈ? ਪਹਿਲੀ ਗੱਲ ਤਾਂ ਆਪਾਂ ਨੂੰ ਸੋਚਣਾ ਬਣਦਾ ਕਿ ਗੁਰਬਾਣੀ 'ਚ ਇਸੇ ਥਾਂ 'ਤੇ ਦੂਰ ਜਾਣ ਦੀ ਲੋੜ ਨਹੀਂ, ਇੱਥੇ ਹੀ ਲਿਖਿਆ। ਪਹਿਲਾਂ ਤਾਂ ਪੰਗਤੀ ਆ ਗਈ, ਜਲ ਥਲ ਮਈਅਲ ਪੂਰਿਆ ਸੁਆਮੀ ਸਿਰਜਣਹਾਰ। ਜਲ ਥਲ ਮਈਅਲ ਭਾਵ ਕਿ ਪਾਣੀ, ਧਰਤੀ, ਆਕਾਸ਼, ਪਤਾਲ, ਸਾਰੇ ਥਾਂ 'ਤੇ ਪ੍ਰਭੂ ਪਰਮਾਤਮਾ ਦਾ ਨਿਯਮ ਪਸਰਿਆ ਹੋਇਆ ਹੈ। ਉਹ ਆਪ ਹੀ ਸਾਰੇ ਕਿਤੇ ਫੈਲਿਆ ਹੋਇਆ ਹੈ, ਹੋਰ ਕੋਈ ਵੱਖਰਾ ਨਹੀਂ ਕਿਤੇ ਬੈਠਾ ਹੋਇਆ। ਇਸੇ ਪੰਕਤੀ ਸਾਰਾ ਕੁਝ ਸਾਨੂੰ ਜਵਾਬ ਮਿਲ ਰਿਹਾ। ਜਲ ਥਲ ਮਈਅਲ ਪੂਰਿਆ ਸੁਆਮੀ ਸਿਰਜਣਹਾਰ। ਅਗਲੀ ਪੰਕਤੀ ਹੈ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਗੱਲ ਤਾਂ ਉਹੀ ਹੈ ਕਿ ਆਪ ਹੀ ਅਨੇਕ ਤਰੀਕਿਆਂ ਨਾਲ ਪਸਰਿਆ ਹੋਇਆ ਹੈ, ਉਸੇ ਦਾ ਹੀ ਵਿਸਥਾਰ ਹੈ, ਇੱਕੋ ਹੀ ਸਾਰੀ ਸ੍ਰਿਸ਼ਟੀ 'ਚ ਸਮਾਇਆ ਹੋਇਆ ਹੈ। ਅਤੇ ਅਗਲੀ ਪੌੜੀ ਦੇ ਵਿੱਚ, ਅਗਲੇ ਹਿੱਸੇ ਦੇ ਵਿੱਚ ਇਸੇ ਥਾਂ 'ਤੇ ਏਕਮ ਏਕ ਓਂਕਾਰ ਪ੍ਰਭ ਕਰੋਂ ਬੰਦਨਾ ਧਿਆਏ, ਇੱਥੇ ਏਕਮ ਵੀ ਲਿਖ ਦਿੱਤਾ, ਏਕ ਓਂਕਾਰ ਵੀ ਲਿਖ ਦਿੱਤਾ। ਦੋਵੇਂ ਚੀਜ਼ਾਂ ਆ ਗਈਆਂ। ਅਸਲ ਦੇ ਵਿੱਚ ਪਰਮਾਤਮਾ ਨੂੰ ਬਿਆਨ ਕਰਨ ਵਾਸਤੇ ਬੇਅੰਤ ਨਾਮ ਗੁਰਬਾਣੀ 'ਚ, ਬੇਅੰਤ ਢੰਗ ਤਰੀਕੇ ਗੁਰਬਾਣੀ 'ਚ ਅਤੇ ਬਾਕੀ ਲੋਕਾਂ ਨੇ ਵਰਤੇ ਹੋਏ ਨੇ। ਹੁਣ ਦੁਨੀਆ 'ਚ ਆਪ ਹੀ ਧਿਆਨ ਮਾਰ ਲਓ ਕਿ ਰੱਬ ਦੇ ਕਿੰਨੇ ਨਾਮ ਨੇ, ਕਿੰਨੇ ਸਰੂਪ ਨੇ, ਕਿੰਨੇ ਤਰੀਕਾਂ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਹੈ। ਤਾਂ ਭਾਰਤ ਦੇ ਵਿੱਚ ਹੀ ਕਿੰਨੇ ਤਰੀਕਿਆਂ ਦੇ ਰੱਬ ਨੇ ਅਤੇ ਕਿੰਨੇ ਉਹਨਾਂ ਦੇ ਨਾਮ ਨੇ। ਗੁਰੂ ਸਾਹਿਬ ਨੇ ਆਪ ਖੁਦ ਬੇਅੰਤ ਵਾਰੀ ਲਿਖਿਆ ਹੋਇਆ, ਕਿਰਤਮ ਨਾਮ ਕਥੇ ਤੇਰੇ ਜੀਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਤੇਰੀ ਕਿਰਤ ਨੂੰ ਵੇਖ ਕੇ, ਤੇਰੇ ਕੰਮਾਂ ਨੂੰ ਵੇਖ ਕੇ ਤੇਰੇ ਅਨੇਕਾਂ ਨਾਮ ਲੋਕਾਂ ਨੇ ਰੱਖ ਲਏ, ਪਰ ਤੇਰਾ ਨਾਮ ਤਾਂ ਕੇਵਲ ਸਤਨਾਮ ਹੀ ਕਹਿ ਸਕਦੇ ਹਾਂ ਕਿ ਤੇਰੀ ਬਣਾਈ ਕਾਇਨਾਤ, ਤੇਰੇ ਨਿਯਮ, ਤੂੰ ਆਪ ਹਰ ਚੀਜ਼ ਜਿਹੜੀ ਇੱਕ ਵਿਧੀ ਪੂਰਵਕ ਆਪਣਾ ਕਾਰਜ ਕਰ ਰਹੀ ਹੈ, ਇਹਨੂੰ ਸਤਨਾਮ ਕਹਿ ਸਕਦੇ ਹਾਂ ਕਿ ਸੱਤ 'ਤੇ ਆਧਾਰਿਤ ਇਹ ਨਿਯਮ ਹੈ, ਚੱਲ ਰਿਹਾ ਹੈ। ਅਤੇ ਹੋਰ ਵੱਖਰਾ ਕੋਈ ਤੂੰ ਕਿਤੇ ਨਹੀਂ ਬੈਠਿਆ ਹੋਇਆ। ਗੁਰੂ ਸਾਹਿਬ ਤਾਂ ਲੋਕਾਂ ਬਾਰੇ ਦੱਸ ਰਹੇ ਨੇ ਕਿ ਲੋਕਾਂ ਨੇ ਤੇਰੇ ਬੜੇ ਨਾਮ ਧਰ ਲਏ ਨੇ ਅਤੇ ਅਸੀਂ ਤਾਂ ਤੈਨੂੰ ਜੇ ਸਤਨਾਮ ਕਹਿ ਦਈਏ ਤਾਂ ਜ਼ਿਆਦਾ ਬਿਹਤਰ ਰਹੇਗਾ। ਹੁਣ ਗੱਲ ਤਾਂ ਕੁਝ ਨਾ ਕੁਝ ਤਾਂ ਕਹਿਣਾ ਪਵੇਗਾ ਨਾ ਇੱਥੇ ਵੀ, ਕਿਉਂਕਿ ਗੁਰਬਾਣੀ ਕਾਵਿਕ ਤਰੀਕੇ ਨਾਲ ਲਿਖੀ ਗਈ ਹੈ, ਕਾਵਿਕ ਵਿਧੀ ਨਾਲ ਲਿਖੀ ਗਈ ਹੈ। ਕਵਿਤਾ ਦੇ ਵਿੱਚ ਜਦੋਂ ਇਹਨੂੰ ਗਾਇਨ ਕਰਨਾ ਹੋਵੇ, ਜਦੋਂ ਸਟੇਜ 'ਤੇ ਬੋਲਣਾ ਹੋਵੇ, ਪੜ੍ਹਨਾ ਹੋਵੇ, ਤਾਂ ਉਦੋਂ ਇਹਦਾ ਤੁਕਾਂਤ ਦਾ ਖਿਆਲ ਰੱਖਣਾ ਪੈਂਦਾ ਹੈ। ਸਿਹਾਰੀ ਦੀ ਥਾਂ 'ਤੇ ਬਿਹਾਰੀ ਨਹੀਂ ਹੋਣੀ ਚਾਹੀਦੀ। ਜੇ ਕਿਤੇ ਮਜਬੂਰੀ ਹੈ ਖਾਸ ਤਾਂ ਭਾਵੇਂ ਇਹਨੂੰ ਬਦਲ ਲਿਆ ਜਾਵੇ, ਨਹੀਂ ਤਾਂ ਸਿਹਾਰੀ ਦਾ ਆਪਣਾ ਮਹੱਤਵ ਹੈ, ਬਿਹਾਰੀ ਦਾ ਆਪਣਾ, ਔਂਕੜ ਦਾ ਹੋਰ ਮਹੱਤਵ ਹੈ, ਦਲੈਂਕੜ ਦਾ ਆਪਣਾ, ਅਤੇ ਉਹਦੇ ਨਾਲ ਕਵਿਤਾ ਦਾ ਵਜਨ ਘੱਟ ਜਾਂ ਵੱਧ ਜਾਂਦਾ ਹੈ। ਕਈ ਵਾਰੀ ਅਖੀਰਲਾ ਹਿੱਸਾ ਤੁਕਾਂਤ ਨੂੰ ਮੇਲਣ ਵਾਸਤੇ, ਕਵਿਤਾ ਦਾ ਤਾਲਮੇਲ ਇੱਕ ਬਰਾਬਰ ਦੋਵਾਂ ਪੰਕਤੀਆਂ ਦਾ ਕਰਨ ਵਾਸਤੇ
इस तरह कुछ शब्दां दे विच वाधा घाटा भी गुरु साहब ने कीता होया ते सारे कवि इस तरह करते हुंदे ने। थोड़ा जिहा इन्हां नियमां नूं भी समझण दा यतन करो। गुरु नानक साहब ने जां बाकी गुरुआं ने उस एक दा ही विस्तार होना गुरबाणी दे विच दस्सिआ कि आप ही सारे किते वो रमिया होया, वो किते वखरा नहीं बैठा होया। नाम उहदा भावें कोई भी आ जावे, है वो इक्को। भाव असीं आम लोगों की समझ वास्ते सौखे तरीके नाल इहनूं इक्को कह दईए। बाकी जे होर किन्ने सारे किते एक ओंकार है, किते ओंकार है, किते कला ओम है, क्योंकि जिहड़ा हिंदू समाज का एक ओंकार मंदिर है दखण दे विच, उत्थे भी गुरु नानक साहब गए सन। ते जदों उन्हां ने ओंकार बारे गुरु नानक साहब नूं दस्सिआ कि साडा ओंकार इत्थे इउं है, ते गुरु नानक साहब ने पूरी एक वड्डी रचना ओंकार दखणी करके लिखी हुई है। पर उन्होंने उस ओंकार दे बराबर अपना जिहड़ा इक्को है वो पेश किया। वो दस्सिआ कि साडा ओंकार इहो जिहा ते तुहाडा इहो जिहा, असीं इउं उहनूं पेश करदे हां। ये सारा कुछ बेअंत थावां ते वक्खो वक्खरे तरीक़े नाल पेश किया गया ते ये सौखे ढंग नाल आम इंसान की समझ आउण वाली जिहड़ी गल है वो है इक्को। भाव के एक है सारा कुछ, रब भी आप एक है, उहदी कायनात भी एक है, उहदे नियम कायनात दे विच काम कर रहे हैं। सवाल नंबर 265 बीबी दलजीत कौर गुरदासपुर तो, इन्हां दा सवाल है कि अमरधारी सिख ते ਸਿੰਘਣੀ डीजे ते खुशी दे समय नच सकते ने। गुरु प्यार वालिओ, सानू धर्म दे ठेकेदारां ने, कट्टड़वादियां ने, परंपरावादियां ने बहुत डूंगी दलदल दे विच सुੱਟ दिता है। हर खुशी दे ਕੰਮ ਤੋਂ ਸਾਨੂੰ रोक दिता है। खाना पीना पहनना भी उन्हां दी मर्जी नाल होवे, उन्हां ने इहो जिहा प्रचार सारे पासे कर दिता है। हुण इत्थे नचना गाउणा, इत्थे अमरधारी है जां बेअमरती है, इस दा कोई मतलब नहीं है। जे परिवार दे विच खुशी मनाउण वास्ते बच्चे नच लैंदे ने, गिद्धा पा लैंदियां ने बीबियां, भंगड़े पा लैंदे ने, ਤਾਂ ਇਹਦੇ ਵਿੱਚ ਕੋਈ ਧਰਮ ਨੂੰ ਖਤਰਾ ਨਹੀਂ ਹੈ। ਹਰੇਕ ਨੂੰ ਖੁਸ਼ੀ ਮਨਾਉਣ ਦਾ ਅਧਿਕਾਰ ਹੈ, ਤੁਸੀਂ ਖੁਸ਼ੀ ਮਨਾ ਸਕਦੇ ਹੋ। ਗੱਲ ਇਹ ਹੈ ਕਿ ਉਹ ਦਾਇਰਾ ਸਭਿਅਤਾ ਦਾ ਖਿਆਲ ਰੱਖਿਆ ਜਾਵੇ ਕਿ ਅਸੀਂ ਵੱਡੇ ਛੋਟੇ ਭੈਣ ਭਰਾ ਧੀਆਂ ਪੁੱਤਰ ਸਾਰੇ ਉੱਤੇ ਬੈਠੇ ਹੁੰਦੇ ਨੇ, ਉਸ ਦਾਇਰੇ ਦਾ ਖਿਆਲ ਰੱਖ ਕੇ ਗੀਤ ਗਾਉਣੇ ਨੇ, ਉਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਹੈ, ਉਸ ਤਰ੍ਹਾਂ ਦਾ ਨੱਚਣਾ ਗਾਉਣਾ ਹੈ। ਅਤੇ ਜਿਹੜੀਆਂ ਅਸ਼ਲੀਲ ਹਰਕਤਾਂ ਨੇ ਉਹਦੇ ਤੋਂ ਬਚਿਆ ਜਾਵੇ। ਉਂਝ ਖੁਸ਼ੀ ਮਨਾਉਣ ਦੇ ਵਿੱਚ ਰੋਕ ਨਹੀਂ ਪਾਉਣੀ ਚਾਹੀਦੀ। ਤੇ ਆਪਾਂ ਨੂੰ ਜੇ ਕਿਤੇ ਖੁਸ਼ੀ ਦੇ ਸਮਾਗਮ 'ਤੇ ਖੁਸ਼ੀ ਨਹੀਂ ਮਨਾਵਾਂਗੇ ਤਾਂ ਫਿਰ ਆਪਾਂ ਕਈ ਗੱਲਾਂ ਦੇ ਵਿੱਚ ਮਾਨਸਿਕ ਤੌਰ 'ਤੇ ਕਮਜ਼ੋਰ ਪੈ ਜਾਂਦੇ ਹਾਂ ਅਤੇ ਉਸ ਕਮਜ਼ੋਰੀ ਦਾ ਲਗਾਤਾਰ ਸਾਡੇ ਮਨ ਦੇ ਉੱਤੇ ਅਸਰ ਹੁੰਦਾ ਰਹਿੰਦਾ ਹੈ। ਖੁਸ਼ੀ ਵੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਇਹਨਾਂ ਖੁਸ਼ੀਆਂ ਦੇ ਸਮਿਆਂ ਦੇ ਵਿੱਚ ਬੰਦੇ ਨੂੰ ਉਤਸ਼ਾਹ ਦੇ ਨਾਲ ਹਿੱਸਾ ਵੀ ਲੈਣਾ ਚਾਹੀਦਾ ਹੈ ਅਤੇ ਜਿੰਨਾ ਕੁ ਯੋਗਦਾਨ ਪਾ ਸਕੇ ਉਹ ਪਾਉਣਾ ਚਾਹੀਦਾ ਹੈ। ਅੰਮ੍ਰਿਤਧਾਰੀ ਨੂੰ, ਬੀਬੀ ਨੂੰ ਅਤੇ ਸਿੰਘ ਨੂੰ ਨੱਚਣ 'ਚ ਗਾਉਣ ਦੇ ਵਿੱਚ ਕੋਈ ਮਨਾਹੀ ਨਹੀਂ, ਪਰ ਆਪਣੇ ਸਮਾਜ ਦੀ ਸੱਭਿਅਕ ਰੇਖਾ ਹੈ ਜਿਹੜੀ ਉਹਦੇ ਅੰਦਰ ਰਹਿ ਕੇ ਇਹ ਕੰਮ ਕੀਤਾ ਜਾਵੇ। ਕਈ ਵਾਰੀ ਵਿਆਹਾਂ ਸ਼ਾਦੀਆਂ ਦੇ ਵਿੱਚ ਹੱਦਾਂ ਉਲੰਘ ਕੇ ਬਹੁਤ ਮੰਦੀਆਂ ਹਰਕਤਾਂ ਸਟੇਜ ਦੇ ਉੱਤੇ ਵੀ ਹੋਣ ਲੱਗ ਪੈਂਦੀਆਂ ਨੇ। ਇਹ ਸਾਰਾ ਕੁਛ ਪ੍ਰਬੰਧਕਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਪਰਿਵਾਰ ਦੇ ਮੈਂਬਰਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਨੱਚਣ ਗਾਉਣ ਦੀ ਕੋਈ ਮਨਾਹੀ ਨਹੀਂ ਹੈ। ਸਵਾਲ ਨੰਬਰ 266 ਭਾਈ ਕਪਤਾਨ ਸਿੰਘ ਦੇਵੀਗੜ੍ਹ, ਇਹਨਾਂ ਦਾ ਸਵਾਲ ਹੈ, ਇਹਨਾਂ ਪੰਕਤੀਆਂ ਦੀ ਵਿਆਖਿਆ ਕਰਨੀ ਜੀ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਇਹ ਪੰਕਤੀਆਂ ਆਪਾਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਵੀ ਇਹ ਵਿਆਖਿਆ ਕਾਹਦੀ ਹੋਣੀ ਇਹਦੀ। ਜਿਹੜਾ ਪ੍ਰਚਾਰਿਆ ਗਿਆ ਉਹ ਤਾਂ ਇਹ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਦਰਿੱਦਰ ਦੂਰ ਹੋ ਜਾਂਦੇ ਨੇ ਕਹਾਣੀ ਦੇ ਮੁਤਾਬਕ। ਪਰ ਜੇ ਇਸ ਤਰ੍ਹਾਂ ਦੁੱਖ ਦੂਰ ਹੋਣੇ ਹੁੰਦੇ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਪਣੇ ਦੁੱਖ ਦੂਰ ਹੋ ਜਾਣੇ ਚਾਹੀਦੇ ਸੀ। ਉਹਨਾਂ ਨੂੰ ਤਾਂ ਚੇਚਕ ਦੀ ਬਿਮਾਰੀ ਨਾਲ ਆਖਿਆ ਜਾਂਦਾ ਹੈ, ਉਹ ਜੋਤੀ ਜੋਤ ਸਮਾਏ ਨੇ, ਚੇਚਕ ਆ ਪਈ ਸੀ। ਅਤੇ ਇਸ ਤਰ੍ਹਾਂ ਉਹਨਾਂ ਦਾ ਨਾਮ ਯਾਦ ਕਰਨ ਦੇ ਨਾਲ ਕੋਈ ਬਿਮਾਰੀ ਦੂਰ ਨਹੀਂ ਹੋਣੀ ਅਤੇ ਉਹਨਾਂ ਦਾ ਇਲਾਜ ਬਿਮਾਰੀਆਂ ਦਾ ਵਿਗਿਆਨਕ ਢੰਗ ਨਾਲ ਹਸਪਤਾਲ ਦੇ ਵਿੱਚ ਜਾਂ ਮਨੋਵਿਗਿਆਨੀ ਤੋਂ ਉਹ ਇਲਾਜ ਕਰਵਾਉਣਾ ਪੈਣਾ। ਆਪਣੇ ਆਪ ਦਾ ਧਿਆਨ ਆਪ ਸਿਆਣੇ ਬਣ ਕੇ ਰੱਖਣਾ ਪੈਣਾ। ਇਹ ਪੰਕਤੀ ਆਈ ਕਿੱਥੋਂ ਹੈ? ਅਸਲ ਦੇ ਵਿੱਚ ਇਹ ਦਸਮ ਗ੍ਰੰਥ ਬਚਿੱਤਰ ਨਾਟਕ ਦੇ ਵਿੱਚੋਂ ਆਈ ਹੋਈ ਹੈ। ਉੱਥੇ ਚੰਡੀ ਚਰਿੱਤਰ ਜਾਂ ਚੰਡੀ ਦੀ ਵਾਰ ਕਰਕੇ ਲਿਖਿਆ ਹੋਇਆ ਅਤੇ ਉਹ ਚੰਡੀ ਦੀ ਜਿਹੜੀ ਵਾਰ ਹੈ ਉਹਦੀ ਪਹਿਲੀ ਪੌੜੀ ਹੈ ਇਹ। ਉੱਥੇ ਉਹਨਾਂ ਨੇ ਗੁਰੂ ਸਾਹਿਬ ਨੂੰ ਦੇਵੀਆਂ ਦੇ ਪੂਜ ਕਰਕੇ, ਉਹਨਾਂ ਦੇ ਮੰਨਣ ਵਾਲੇ ਕਰਕੇ ਲਿਖਾਰੀ ਨੇ ਇਸ ਤਰ੍ਹਾਂ ਦੀਆਂ ਪੰਕਤੀਆਂ ਲਿਖੀਆਂ ਨੇ।
प्रथम भगवती सिमर कै, भगवती भगवती देवी का सिमरन करो। सब तो पहला भगवती देवी नूं नमस्कार करो। ते ये देवी तां गुरु नानक लई ध्याए, इसे देवी नूं गुरु नानक साहब ने ध्याया है। ये अर्थ साडे अजकल डरदे मारे कुछ भरा दूजे लोग कर जांदे ने भी उस तो बाद गुरु नानक साहब नूं ध्याउणा चाहीदा है जी, इउं भी टाला वट जांदे ने। असल दे विच इत्थे गल देवी भगवती दी हो रही है, क्योंकि दुर्गा पाठ बनाया सभे पौड़ियां, फिर जोनना आया जिन ए गाया। इसे चंडी दी वार दे अखीरले हिस्से च ये लिखिया होया है कि दुर्गा पाठ बनाया। ये सारा पाठ दुर्गा देवी वास्ते कवि ने बनाया होया है। ते इत्थे पहला तां भगवती देवी नूं सिख नमस्कार करन, क्योंकि गुरु नानक ने भी देवी नूं ही ध्याया सी। गुरु अंगद ते गुरु अमरदास रामदासै होई सहाय, इस देवी ने गुरु अंगद, गुरु अमरदास ते रामदास की सहायता भी की है। अर्जन हरगोबिंद नूं सिमरी श्री हर राय, ये तां गुरु हरकिशन साहब, गुरु अर्जन साहब, गुरु हरगोबिंद साहब आदिक ने भी इसे देवी नूं ध्याया है। फिर गुरु हरकिशन साहब ने इस देवी नूं ध्याया ते उन्हां दे भी दुख दूर हो गए। तेग बहादुर ने भी इनू सिमरिया। ये कवि की कल्पना है, कवि ने इस तरह लिखिया है ते सानू देवी दे पूजक बनाया होया है। इस अरदास नूं पहली पौड़ी नूं फौरी तौर ते बदलना बनदा है ते सिख लीडरां ने जिहड़ी बहुत लंबा समा पहला रहत मर्यादा बनाउण लगे गलती कर ली सी ते उहनूं अज तक बदलण वास्ते सोधण वास्ते तैयार नहीं होए ते सिख भी अणजाणपुणे च ये सारा कुछ करते आ रहे ने। एक इसे तरह गलत परंपरा होर चली हुई है। गुरद्वारियां नूं भी वक्खो वक्खरे गुरुआं दे नाल वंड दिता गया। इत्थे सीसगंज तां बार बार गाया जाता है तेग बहादुर सिमरी है, ते उधर बंगला साहब बार बार गाया जाता है श्री हरकिशन ध्याई है, ते किसी होर थां ते किसी वक्खरे गुरु का पहले का दूजे का तीजे का चौथे का अंमृतसर विखे गुरु रामदास साहब का बहुता नाम लिया जाता है। तो इस तरह गुरुआं दे नाम ते गुरुद्वारियां दी परंपरा दी अते साडे असूलों की भी वंड कर दी है, जिहड़ी कि बहुत दुखदाई है। एक पासे तो असीं कहने सारे गुरु अते गुरु ग्रंथ साहब इक्को विचारधारा वाले ने, फिर वक्खो वक्खरियां थावां ते वक्खो वक्खरे गुरुआं दे नाल इस तरह दीयां पंक्तियां जोड़ के ये की सानूं दस्सिया जा रहा है। तो गुरु प्यार वालिओ, ये तो पंक्तियां ही चंडी दी वार दे विचों ने, देवी भगवती वास्ते ने। सिखां नूं देवी का पुजारा ना बनाया जाए, देवी का पुजारी ना बनाया जाए। केवल ते केवल साहिब मेरा एको है भाई एको है। ना देव दान वा नरा, न सिद्ध साध का धरा, असत एक दिगर कोई एक तुई एक तुई। इस विचारधारा नूं असीं मनण वाले बणीए, इन्हां चीज़ां नूं समझीए। असीं किसे भगवती देवी की जां चंडी की पूजा असी नहीं करनी, ना गुरुओं ने की है, ना गुरबाणी च इस तरह लिखिया होया है। गुरबाणी तो एक अकाल पुरख नूं, एक वाहिगुरू नूं, उहदी कायनात नूं मंदी है, तो वह कुदरत, वह परमात्मा, वह साडे अंदर ही है, सारी कुदरत दे विच वसिया होया। सवाल नंबर 267, इत्थे सवाल भेजण वाले का नाम नहीं है। इन्हां दा सवाल सी कि वह किहड़ा शब्द है जिस नाल परमात्मा नाल जुड़िया जा सकता है, परमात्मा नाल इकमिक होया जा सकता है, अजिहा किहड़ा शब्द है। घट्टो घट गुरबाणी दे विचों ही सारे दे सारे साधा ने, बाबिया ने, प्रचारकां ने, लिखारियां ने बहुत कोई साडे सामने रख दिता। आ शब्द परमात्मा नाल जुड़न वास्ते है, इहदा जाप करो, इहनूं पढ़ो, इहदा इन्नी वारी रट्टा लाओ। बहुत कुछ प्रचार के साडा दिमाग इन्हां ने लगभग सुन्न कर दिता है, तो असीं सोचण समझण तो भी असमर्थ हो गए हाँ। इक्को शब्द नूं इन्नी वारी पढ़ना है, 101 वारी पढ़ना है, जपजी साहब दे इन्ने पाठ करने ने, सुखमनी साहब दे इन्ने पाठ करने ने, जां दुख भंजन तेरा नाम जी ये शब्द दे इन्ने पाठ करने ने, तू मेरा राखा सबनी थाई इहदे इन्ने पाठ करने ने। इसे चक्कर दे विच सिखां नूं पा के प्रचारकां ने, लिखारियां ने, पखंडियां ने, साधा ने पागलपन दे नेड़े पहुँचा दिता है। लगभग थोड़ा बहुता भी अपनी अकल की वरतों करने वाला इंसान कदी सोच के वेखे। इस तरह करके अज तक कोई डॉक्टर बनिया, किसी शब्द नूं बार बार रटण दे नाल कोई इंजीनियर बनिया, कोई वकील बनिया, कोई जज बनिया, कोई होर किसी वड्डे अहुदे ते पहुँचिया कदी भी नहीं होया। ते रब नाल जुड़न दा भाव है अकलबंद बनना, ज्ञानवान बनना। गुरबाणी ज्ञान का खजाना है, गुरबाणी अकल का खजाना है।
ਉਹਨਾਂ ਸਮਿਆਂ 'ਚ ਜਦੋਂ ਨਾ ਸਕੂਲ ਸੀ, ਨਾ ਕਾਲਜ ਸੀ, ਨਾ ਯੂਨੀਵਰਸਿਟੀਆਂ ਸੀ, ਨਾ ਹੋਰ ਅੱਜ ਵਰਗੇ ਸਾਧਨ ਸਨ, ਉਦੋਂ ਧਰਮ ਪੋਥੀ ਦੇ ਰਾਹੀਂ ਹੀ ਲੋਕਾਂ ਨੂੰ ਗਿਆਨ ਦਿੱਤਾ ਜਾਂਦਾ ਸੀ। ਅਤੇ ਗੁਰੂ ਸਾਹਿਬ ਨੇ, ਭਗਤ ਸਾਹਿਬਾਨ ਨੇ ਆਪਣਾ ਜ਼ਿੰਦਗੀ ਦਾ ਨਿਚੋੜ, ਆਪਣਾ ਗਿਆਨ ਉਹ ਸਾਰਾ ਇਕੱਠਾ ਕਰਕੇ ਸਾਨੂੰ ਦੇ ਦਿੱਤਾ ਸੀ ਅਤੇ ਉਹਨੂੰ ਪੜ੍ਹ ਕੇ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਸੀ। ਰੱਬ ਕਿਤੇ ਵੱਖਰਾ ਚੌਂਕੜਾ ਮਾਰ ਕੇ ਨਹੀਂ ਬੈਠਾ ਹੋਇਆ। ਇੱਕ ਵਾਲੀਆਂ ਗੱਲਾਂ ਇਹ ਸਾਨੂੰ ਸਾਧਾਂ ਨੇ ਪਖੰਡ ਕਰਕੇ ਉਧਰਲੇ ਪਾਸੇ ਤੋਰ ਦਿੱਤਾ। ਇਹੋ ਜਿਹਾ ਰੱਬ ਮਿਲਣ ਦਾ ਕੋਈ ਸਾਧਨ, ਢੰਗ, ਤਰੀਕਾ ਨਹੀਂ ਹੈ। ਨਾ ਰੱਬ ਕੋਈ ਸਰੀਰਧਾਰੀ ਜੀਵ ਹੈ ਜਿੱਥੇ ਕਿਤੇ ਬੈਠਾ ਹੋਵੇ, ਅਤੇ ਨਾ ਅਸੀਂ ਇਹ ਕੋਸ਼ਿਸ਼ ਕਰਨੀ ਹੈ, ਸਮਾਂ ਬਰਬਾਦ ਕਰਨਾ ਹੈ ਕਿ ਅਸੀਂ ਤਾਂ ਰੱਬ ਨੂੰ ਪਾਉਣਾ ਹੈ। ਰੱਬ ਨੇ ਤਾਂ ਸਾਰਾ ਕੁਝ ਸਾਨੂੰ ਇੱਥੇ ਦੇ ਦਿੱਤਾ। ਰੱਬ ਸਾਡੇ ਅੰਦਰ ਬੈਠਾ ਹੋਇਆ। ਪਾਣੀ ਮੈਂ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਤੂੰ ਭਾਈ ਪਾਣੀ 'ਚ, ਸ਼ੀਸ਼ੇ 'ਚ ਆਪਣਾ ਹੀ ਚਿਹਰਾ ਵੇਖ ਲੈ ਅਤੇ ਰੱਬ ਤੇਰੇ ਵਰਗਾ ਹੀ ਹੈ, ਤੂੰ ਰੱਬ ਵਰਗਾ ਹੀ ਹੈ। ਅਤੇ ਇਸ ਤਰ੍ਹਾਂ ਤੁਹਾਡੇ ਅੰਦਰ ਹੀ ਰੱਬ ਵਸਦਾ, ਹੋਰ ਕਿਤੇ ਰੱਬ ਬਾਹਰ ਨਹੀਂ ਬੈਠਾ ਹੋਇਆ। ਇਹਨਾਂ ਗੱਲਾਂ ਵੱਲ ਧਿਆਨ ਦਿਓ। ਰੱਬ ਨੂੰ ਬਾਹਰ ਭਾਲਣ ਨਹੀਂ ਜਾਈਦਾ। ਜੋਗੀਆਂ ਨੇ ਸਦੀਆਂ ਤੋਂ ਜੰਗਲਾਂ 'ਚ, ਪਹਾੜਾਂ 'ਚ ਟੱਕਰਾਂ ਮਾਰ ਕੇ ਜ਼ਿੰਦਗੀਆਂ ਬਰਬਾਦ ਕਰ ਲਈਆਂ। ਬਾਹਰ ਬੈਠਾ ਰੱਬ ਕਿਤੇ ਨਹੀਂ ਮਿਲਿਆ ਅਤੇ ਦੇਸ਼ ਸਾਰਾ ਬਰਬਾਦ ਹੋ ਗਿਆ। ਲੋਕ ਗੁਲਾਮ ਹੋ ਗਏ, ਲੋਕ ਕੰਗਾਲ ਹੋ ਗਏ, ਲੋਕਾਂ ਦਾ ਕਤਲੇਆਮ ਹੋ ਗਿਆ ਅਤੇ ਉਹ ਰੱਬ ਨੂੰ ਲੱਭਦੇ ਫਿਰੀ ਗਏ। ਪਰ ਲੋਕਾਂ ਦਾ ਕਲਿਆਣ ਕਰਨ ਵਾਸਤੇ ਉਹਨਾਂ ਨੇ ਪਰਉਪਕਾਰ, ਉਪਰਾਲਾ, ਹਿੰਮਤ, ਹੌਸਲਾ, ਅਕਲ ਇਹ ਪਾਸੇ ਉਹ ਨਹੀਂ ਮੁੜੇ। ਇਸ ਕਰਕੇ ਭਾਰਤ ਦੇ ਲੋਕ ਅੱਜ ਵੀ ਰੱਬ ਨੂੰ ਲੱਭਣ ਤਾਂ ਤੁਰਦੇ ਨੇ, ਪਰ ਆਪਣੇ ਆਪੇ ਨੂੰ ਖੋਜਣਾ ਅਤੇ ਸਮਾਜ ਦਾ ਭਲਾ ਕਰਨਾ, ਇਸ ਪਾਸੇ ਘੱਟ ਤੋਂ ਘੱਟ ਕੰਮ ਹੋ ਰਿਹਾ। ਸਾਡੇ ਲਿਖਾਰੀ ਵੀ, ਸਾਡੀਆਂ ਜਿਹੜੀਆਂ TV ਚੈਨਲ ਅਤੇ ਹੋਰ ਮਾਧਿਅਮ ਨੇ ਪ੍ਰਚਾਰ ਦੇ, ਉਹਦੇ 'ਤੇ ਵੀ ਇਹੋ ਜਿਹੀਆਂ ਹੀ ਕਥਾ ਕਹਾਣੀਆਂ ਆਉਂਦੀਆਂ ਨੇ ਤਾਂ ਕਿ ਲੋਕਾਂ ਨੂੰ ਗਿਆਨਵਾਨ ਨਾ ਬਣ ਦਿੱਤਾ ਜਾਵੇ। ਜੇ ਗਿਆਨਵਾਨ ਬਣ ਗਏ ਤਾਂ ਰਾਜ ਪਲਟਾ ਵੀ ਹੋ ਸਕਦਾ ਹੈ। ਜਿਹੜੇ ਧਰਮ ਦੇ ਝੂਠੇ ਡੇਰੇ ਚੱਲੇ ਹੋਏ ਨੇ, ਇਹਦਾ ਵੀ ਉਲਟ ਪੁਲਟ ਹੋ ਸਕਦੇ ਨੇ। ਸਾਧਾਂ ਨੂੰ ਮਜ਼ਦੂਰੀ ਕਰਕੇ ਰੋਟੀ ਵੀ ਖਾਣੀ ਪੈ ਸਕਦੀ ਹੈ ਜੇ ਅਸੀਂ ਅਕਲਬੰਦ ਬਣ ਗਏ ਤਾਂ। ਇਸ ਕਰਕੇ ਇਹ ਲੋਕ ਸਾਨੂੰ ਇਹਨਾਂ ਚੱਕਰਾਂ 'ਚ ਸਦਾ ਪਾਈ ਰੱਖਦੇ ਨੇ। ਸਵਾਲ ਨੰਬਰ 268, ਇੱਥੇ ਵੀ ਸਵਾਲ ਭੇਜਣ ਵਾਲੇ ਦਾ ਨਾਮ ਨਹੀਂ ਹੈ। ਇਹਨਾਂ ਨੇ ਸਵਾਲ ਕੀਤਾ ਸੀ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇੱਕ ਤਾਂ ਇਹ ਪੰਕਤੀ ਦਿੱਤੀ ਹੈ। ਦੂਜਾ ਦਿੱਤਾ ਹੈ ਇਹਨਾਂ ਨੇ, ਹਮਰਾ ਝਗੜਾ ਰਹਾ ਨਾ ਕਉ, ਪੰਡਤ ਮੁੱਲਾ ਛਾਡੇ ਦਊ, ਪੰਡਤ ਮੁੱਲਾ ਜੋ ਲਿਖ ਦੀਆ, ਛਾੜ ਚੱਲੇ ਹਮ ਕਛੂ ਨ ਲੀਆ। ਇਹਦੇ ਬਾਰੇ ਪੁੱਛਿਆ ਕਿ ਆਪਾ ਵਿਰੋਧੀ ਵਿਚਾਰ ਇੱਥੇ ਗੁਰਬਾਣੀ 'ਚ ਕਿਉਂ ਆਏ ਨੇ। ਇੱਥੇ ਧਿਆਨ ਦੇਣ ਦੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਇੱਕੋ ਪੰਕਤੀ ਲੈ ਕੇ ਉਹਦਾ ਜੋ ਸਮੁੱਚਾ ਭਾਵ ਹੈ, ਅਰਥ ਹੈ, ਉਹ ਸਮਝਣਾ ਚਾਹੁੰਦੇ ਹਾਂ। ਇੱਕੋ ਪੰਕਤੀ ਦੇ ਵਿੱਚੋਂ ਸਾਰਾ ਗਿਆਨ ਪ੍ਰਾਪਤ ਨਹੀਂ ਹੋਵੇਗਾ। ਇੱਕ ਇੱਕ ਗੱਲ ਨੂੰ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਗੁਰਬਾਣੀ ਦੇ ਵਿੱਚ ਅੱਗੇ ਤੋਂ ਅੱਗੇ ਸਾਡੇ ਸਾਹਮਣੇ ਰੱਖਦੇ ਨੇ ਅਤੇ ਉਹਨਾਂ ਨੂੰ ਅਸੀਂ ਵਿਚਾਰ ਕਰਨਾ ਹੁੰਦਾ ਹੈ। ਉਦਾਹਰਨਾਂ ਬਹੁਤ ਹੁੰਦੀਆਂ ਨੇ ਅਤੇ ਕਈ ਤਰ੍ਹਾਂ ਦੀਆਂ ਸਿੱਖਿਆਵਾਂ ਦੇਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨੇ। ਇੱਥੇ ਹੁਣ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਇਸ ਦਾ ਮੈਂ ਤੁਹਾਡੇ ਸਾਹਮਣੇ ਪੂਰਾ ਸ਼ਬਦ ਰੱਖਣ ਲੱਗਿਆ ਕਿ ਇੱਥੇ ਲਿਖਿਆ ਹੋਇਆ ਕੀ ਹੈ। 1350 ਪੰਨੇ 'ਤੇ ਇਹ ਪੂਰਾ ਸ਼ਬਦ ਹੈ ਅਤੇ ਭਗਤ ਕਬੀਰ ਜੀ ਕਹਿ ਰਹੇ ਨੇ, ਵੇਦ ਕਤੇਬ, ਵੇਦ ਹੈ ਹਿੰਦੂ ਸਮਾਜ ਦੇ ਧਾਰਮਿਕ ਪੁਸਤਕਾਂ ਅਤੇ ਕਤੇਬ ਨੇ ਇਸਲਾਮ ਦੀਆਂ ਧਾਰਮਿਕ ਪੁਸਤਕਾਂ। ਕਬੀਰ ਜੀ ਕਹਿੰਦੇ ਨੇ, ਵੇਦ ਕਤੇਬ ਕਹੋ ਮਤ ਝੂਠੇ। ਇਹਨਾਂ ਨੂੰ ਐਵੇਂ ਝੂਠਾ ਕਹਿੰਦਾ ਹੈ, ਕੋਈ ਇਹਨਾਂ ਨੂੰ ਪਵਿੱਤਰ ਕਹਿੰਦਾ ਹੈ, ਕੋਈ ਇਹਨਾਂ ਨੂੰ ਰੱਬ ਦਾ ਰੂਪ ਕਹਿੰਦਾ ਹੈ। ਪਰ ਭਲਿਓ ਕਦੇ ਪੜ੍ਹ ਕੇ ਤਾਂ ਵੇਖ ਲਿਆ ਕਰੋ। ਜਿਵੇਂ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਤਾਂ ਬਹੁਤ ਕੀਤੀ ਜਾਂਦੀ ਹੈ, ਪਰ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੇ ਇਹਨੂੰ ਪੜ੍ਹਿਆ ਹੋਵੇ, ਸਮਝਿਆ ਹੋਵੇ, ਆਪਣੀ ਜ਼ਿੰਦਗੀ 'ਚ, ਆਪਣੇ ਪਰਿਵਾਰ 'ਚ, ਆਪਣੇ ਸਮਾਜ 'ਚ ਲਾਗੂ ਕੀਤਾ ਹੋਵੇ। ਪਰ ਇਹ ਸਾਰਾ ਕੁਛ ਨਹੀਂ ਹੋਇਆ। ਸਾਨੂੰ ਤਾਂ ਇੱਕ ਅੱਧੀ ਪੰਕਤੀ ਕਿਤੋਂ ਸੁਣਨ ਨੂੰ ਮਿਲ ਜਾਂਦੀ ਹੈ ਅਤੇ ਬਸ ਉਸੇ 'ਤੇ ਸਾਰਾ ਜ਼ੋਰ ਲਾ ਦਿੰਦੇ ਹਾਂ। ਕਬੀਰ ਜੀ ਕਹਿੰਦੇ ਨੇ, ਝੂਠਾ ਜੋ ਨਾ ਵਿਚਾਰੇ, ਜਿਹਨੇ ਇਹਦੇ 'ਤੇ ਵਿਚਾਰ ਨਹੀਂ ਕੀਤੀ। ਕਬੀਰ ਜੀ ਕਹਿੰਦੇ ਨੇ, ਆਓ ਅੱਗੇ ਮੈਂ ਤੁਹਾਨੂੰ ਹੋਰ ਦੱਸਦਾ ਇਹਦੇ 'ਚ ਕੀ ਲਿਖਿਆ ਹੋਇਆ ਹੈ। ਜੋ ਸਭ ਮੈਂ ਏਕ ਖੁਦਾਏ ਕਹਿਤ ਹੋ, ਤੋ ਕਿਉ ਮੁਰਗੀ ਮਾਰੇ। ਤੁਸੀਂ ਆਪ ਹੀ ਸਾਨੂੰ ਦੱਸਦੇ ਹੋ ਕਿ ਹਰ ਇੱਕ ਚੀਜ਼ ਦੇ ਵਿੱਚ ਖੁਦਾ ਆਪ ਵਸਦਾ ਹੈ। ਜੇ ਸਾਰਿਆਂ ਦੇ ਵਿੱਚ ਖੁਦਾ ਵਸਦਾ ਹੈ, ਫਿਰ ਉਹਨੂੰ ਮੁਰਗੀ, ਬੱਕਰਾ, ਭੇਡੂ ਜਾਂ ਹੋਰ ਜਾਨਵਰ ਮਾਰ ਕੇ ਭੇਟ ਕਿਉਂ ਕਰਦੇ ਹੋ। ਅਤੇ ਕੀ ਉਹ ਇਹਨਾਂ ਜਾਨਵਰਾਂ ਦੇ ਵਿੱਚ ਪਰਮਾਤਮਾ ਦੀ ਅੰਸ਼ ਬੰਸ, ਉਹਦੀ ਜੋਤ ਨਹੀਂ ਤੁਹਾਨੂੰ ਨਜ਼ਰ ਆਉਂਦੀ। ਇੱਕ ਨੂੰ ਮਾਰ ਕੇ ਦੂਜੇ ਨੂੰ ਅਰਪਣ ਕਰਨਾ, ਇਹ ਕਿਹੜਾ ਧਰਮ ਹੈ ਤੁਹਾਡਾ। ਇੱਥੇ ਕਬੀਰ ਜੀ ਵਿਅੰਗ ਕਰ ਰਹੇ ਨੇ ਅਤੇ ਇਹਨਾਂ ਜੀਵਾਂ ਨੂੰ ਮਾਰ ਕੇ ਰੱਬ ਨੂੰ ਅਰਪਣ ਨਾ ਕਰੋ। ਇਹ ਤੁਹਾਡੇ ਖਾਣ ਦਾ ਸਮਾਨ ਤੇ ਹੋ ਸਕਦਾ, ਰੱਬ ਨੂੰ ਇਹਦੀ ਲੋੜ ਨਹੀਂ ਹੈ। ਮੁੱਲਾ
कहो न्याओ खुदाई। हे मुल्ला, खुदा दा इंसाफ तू ध्यान नाल सुन लै। तेरे मन का भरम ना जाई। तू पखंड कर रहा है, भरमां 'च पिया होया, लोकां नूं लुट रहा है ते जुल्म कर रहा है। तू कुछ भी चंगा समाज वास्ते नहीं कर रहा। रहाओ पाकर जियो आन्या दे बिनासी, माटी को बिस्मल किया। तू कोई जीव पकड़ के ले आंदा ते उहनूं कट लिया ते फिर कलमा पढ़ के रब दे दर ते उहनूं कहने हो प्रवान करा लिया। पर आप ही तां कहने हो कि उहदी हरेक जीव की जोत उपर किते जाती है, सुरगां च जां नरकां च। फिर जोत जे उपर जाती है, जोत तां मरी कोई नहीं, तो मास इत्थे रह गया उहदा लोथड़ा। वो रब नूं अर्पण तुसीं मास कर रहे हो कि जोत कर रहे हो, ये समझ तो परे दी गल बनी हुई है। जोत स्वरूप अनाहत लागी, कहो हलाल क्या किया। ते जोत तां इहदे विचों चली गई, ते हलाल की कीता। इहदा शरीर, इहदा देही, जिन्हों कि आपां मिट्टी भी कह दिंदे आ। इत्थे कबीर जी अगे कहने, क्या उजू पाक किया मूँह धोया, क्या मसीत सिर लाया। की तू हथ मूँह धोता, की तू नमाज़ां पढ़ियां, की तू मसीत च मत्था टेकिया। ते ये सारा कुछ तेरा एक विखावे दा है। जो दिल में कपट निवाज गुजारो, क्या हज काबे जाया। तेरे दिल दे अंदर तां फरेब है, धोखा है, कपट है। ते कदी हज करन वास्ते मक्के जाना, कदे नमाज़ां पढ़नियां, ਇਹਦਾ ਕੀ ਫਾਇਦਾ ਹੋਇਆ ਜੇ ਅੰਦਰੋਂ ਤੁਸੀਂ ਖੋਟ ਨਹੀਂ ਕੱਢਿਆ, ਚੰਗੇ ਇਨਸਾਨ ਨਹੀਂ ਬਣੇ, ਸਾਰਿਆਂ ਨਾਲ ਪਿਆਰ ਨਹੀਂ ਕੀਤਾ। ਫਿਰ ਇਹ ਧਾਰਮਿਕ ਪਖੰਡ ਕਰਨ ਦੀ ਕੀ ਲੋੜ ਪਈ ਹੈ। ਤੂੰ ਨਾ ਪਾਕ ਪਾਕ ਨਹੀਂ ਬੂਝਿਆ। हे ਇਨਸਾਨ, ਤੂੰ ਤਾਂ ਆਪ ਅਪਵਿੱਤਰ ਹੈ, ਨਾਪਾਕ ਹੈ। ਤੂੰ ਪਵਿੱਤਰ ਰੱਬ ਦਾ ਗਿਆਨ, ਰੱਬ ਬਾਰੇ ਤੂੰ ਸਮਝਿਆ ਹੀ ਨਹੀਂ। ਕਹੇ ਕਬੀਰ ਭਿਸ ਤੇ ਚੂਕਾ, ਦੋਜ ਕਿਸਿਓ ਮਨ ਮਾਨਿਆ। ਜਿਹਨੂੰ ਤੁਸੀਂ ਨਰਕ ਕਹਿੰਦੇ ਹੋ ਅਤੇ स्वर्ग कहने हो, तुसीं तां ध्यान दिओ। हे मुल्ला, हे मौलवी, तुसीं तां उस स्वर्ग तो चुक गए, नरकां दा समान इकट्ठा कर रहे हो, क्योंकि तुहाडी जिंदगी च बदलाव कोई नहीं आया, चंगे इंसान नहीं बने। सोचण वाली तां गल ये सी कि कबीर जी ने सारे शब्द दे विच की आखिया। ते इत्थे तां गुरबाणी ये भी कह रही है, वेद कतेब इफ्तरा भाई, दिल का भरम न जाए। वेद कतेब तां ये केवल भरमां च पाउण वालीआं गल्लां ने, तुहाडे दिल दे भरम नूं, वहमां नूं ते अज्ञानता नूं ये कढ नहीं सकणगे। वेद कतेब संसार हवाहूं बाहरा, नानक का पातशाह दिसै जाहरा। साडा खुदा रब आदिक तां वेद कतेब आदिक तो बाहरा है। महाराज कह रहे ने, नानक का पातशाह दिसै जाहरा। असीं तां जाहरा जहूर उहनूं हर जीव दे विच महसूस करदे हां। ਉਹ ਇਹਨਾਂ वेदां किताबां तो ਵੱਖਰਾ है, इन्हां वाले रब नूं असीं नहीं मनदे। वेद पुराण कड़े पढ़े का क्या गुण, खर चंदन जस भारा। राम नाम की गत नहीं जानी, कैसे उतर सपारा। कबीर जी कहंदे ने, ਉਹ ਭਾਈ ਇਹਨਾਂ ਨੂੰ पढ़े ਦਾ फायदा की होया। वेद पुराण पढ़े का क्या गुण, खर चंदन जस भारा। ਤੁਹਾਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੇ ਵਿੱਚ ਕੀ ਲਿਖਿਆ ਹੋਇਆ। ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦ ਦਈਏ, ਪਰ ਉਹਨੂੰ ਚੰਦਨ ਦੀ ਕੋਈ ਕੀਮਤ ਦਾ ਪਤਾ ਨਹੀਂ ਹੈ, ਤੇ ਉਹਦੇ ਵਾਸਤੇ ਤਾਂ ਭਾਰ ਹੈ, ਢੋਇਆ ਜਾ ਰਿਹਾ ਹੈ ਖੋਤੇ ਵੱਲੋਂ। ਤੁਹਾਡੇ ਉੱਤੇ ਵੀ ਵੇਦਾਂ ਆਦਿਕ ਧਰਮ ਪੁਸਤਕਾਂ ਦਾ ਭਾਰ ਹੀ ਪਿਆ ਹੋਇਆ ਹੈ। ਤੁਸੀਂ ਇਹਦੇ ਅੰਦਰ ਜੋ ਲਿਖਿਆ ਉਹਨੂੰ ਨਹੀਂ ਜਾਣਦੇ, ਨਹੀਂ ਤੁਹਾਨੂੰ ਪੜ੍ਹਨ ਦਿੱਤਾ ਗਿਆ। ਬ੍ਰਾਹਮਣ ਨੇ ਆਪਣੇ ਕਬਜ਼ੇ 'ਚ ਸਾਰਾ ਕੁਝ ਰੱਖਿਆ ਹੋਇਆ। ਜਿਹੜਾ ਕੁਝ ਬ੍ਰਾਹਮਣ ਇਹਦੀ ਮਰਜ਼ੀ ਨਾਲ ਅਰਥ ਕਰਕੇ ਤੁਹਾਡੇ ਸਾਹਮਣੇ ਰੱਖ ਦਿੰਦਾ, ਤੁਸੀਂ ਨੀਵੀਂ ਪਾ ਕੇ ਉਹਨੂੰ ਮੰਨ ਲੈਂਦੇ ਹੋ। ਉਹ ਭਾਵੇਂ ਇਨਸਾਨੀਅਤ ਦਾ ਵਿਰੋਧੀ ਹੋਵੇ, ਭਾਵੇਂ ਹਮਾਇਤੀ ਹੋਵੇ, ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ। वेद पढ़ै मुख मीठी बाणी, जियां कुहत न संगै पुराणी। गुरु साहब तां कहंदे ने, ਇਹ वेदां आदिक दी, कुरान दी मिठी मिठी बाणी लोकां नूं पढ़ के सुणाउंदे ने, पर जीआं दा घात करन लगे, जुल्म करन लगे, राई मातर तरस नहीं करदे। कोई शर्म नहीं आउंदी, जीवां दे उत्ते जुल्म करन लगे आ। ते इथों तक गुरबाणी ने ताकिया, भाई वेद बड़ा कि जहां ते आया। ये दसो, ये वेद वड्डा हो गया कि जिथों आया, भाव के मुੱਢ की है ਇਹਦਾ, ਇਹ ਕਿੱਥੋਂ ਆਇਆ ਹੈ, ਕਿਹਨੂੰ ਵੱਡਾ ਮੰਨੋਗੇ। ਅਸੀਂ ਤਾਂ ਭਾਈ ਖੁਦਾ ਨੂੰ ਵੱਡਾ ਮੰਨਦੇ ਹਾਂ, ਰੱਬ ਨੂੰ ਵੱਡਾ ਮੰਨਦੇ ਹਾਂ। ਸਭ ਤੋਂ ਵੱਡਾ ਉਹ ਹੈ, ਅਸੀਂ ਉਹਦੇ ਪ੍ਰਸ਼ੰਸਕ ਹਾਂ, ਉਹਦੇ ਪੈਰੋਕਾਰ ਹਾਂ। ਇਸੇ ਤਰ੍ਹਾਂ ਜਿਹੜੀ ਅਗਲੀ ਪੰਕਤੀ ਹੈ, ਇਹਨਾਂ ਨੇ ਕਿਹਾ, ਹਮਰਾ ਝਗੜਾ ਰਹਾ ਨਾ ਕੋ,
ਪੰਡਤ ਮੁੱਲਾ ਛਾਡੇ ਦਊ, ਪੰਡਤ ਮੁੱਲਾ ਜੋ ਲਿਖ ਦੀਆ, ਛਾੜ ਚਲੇ ਹਮ ਕਛੂ ਨਾ ਲੀਆ। ਇਹ ਸਾਰੇ ਵਿੱਚ ਇਕਸਾਰਤਾ ਹੈ, ਵਿਰੋਧੀ ਭਾਵਨਾ ਕਿਤੇ ਵੀ ਨਹੀਂ ਹੈ। ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਾਹੀਂ ਗਿਆਨ ਲੈ ਕੇ ਇਹਨਾਂ ਕਿਤਾਬਾਂ ਨੂੰ ਨਹੀਂ ਮੰਨਣਾ, ਇੱਕ ਖੁਦਾ ਨੂੰ, ਇਨਸਾਨੀਅਤ ਦੇ ਭਲੇ ਨੂੰ, ਗੁਣਾਂ ਨੂੰ ਆਪਣੇ ਅੰਦਰ ਵਸਾਉਣਾ, ਚੰਗਾ ਇਨਸਾਨ, ਚੰਗਾ ਪਰਿਵਾਰ ਤੇ ਚੰਗਾ ਸਮਾਜ ਬਣਾਉਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਉਣਾ। ਤੇ ਜਿਹੜੀਆਂ ਅੰਦਰ ਈਰਖਾ, ਦਵੈਸ਼, ਨਫ਼ਰਤ, ਊਚ ਨੀਚ, ਰੱਬ ਕਿਤੇ ਹੋਰ ਬੈਠਾ ਹੈ, ਉਹਨੂੰ ਭੇਟਾ ਕਰਨਾ ਹੈ, ਉਹਨੂੰ ਜੀਵ ਮਾਰ ਕੇ ਖਵਾਉਣੇ ਨੇ, ਇਹ ਸਾਰੀਆਂ ਪਰੰਪਰਾਵਾਂ ਸਿੱਖ ਧਰਮ ਨੇ ਰੱਦ ਕੀਤੀਆਂ ਨੇ। ਆਪ ਇਸੇ ਕਰਕੇ ਸਿੱਖ ਇਹ ਕੰਮ ਨਹੀਂ ਕਰਦੇ, ਤੇ ਜਿਹੜਾ ਕਰਦਾ ਇਹ ਉਹਨਾਂ ਦੀ ਮਾਨਤਾ ਹੋ ਸਕਦੀ ਹੈ, ਗੁਰਬਾਣੀ ਇਹਨੂੰ ਮਾਨਤਾ ਨਹੀਂ ਦਿੰਦੀ। ਸਵਾਲ ਨੰਬਰ 269 ਭਾਈ ਸਰਬਜੀਤ ਸਿੰਘ ਰਾਜਾ ਸਾਂਸੀ, ਇਹਨਾਂ ਦਾ ਸਵਾਲ ਹੈ ਕਿ ਇਹ ਸੱਚ ਹੈ ਕਿ 1860 ਤੱਕ ਸਿੱਖਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਹੜੀ ਬੀੜ ਸਹੀ ਹੈ। ਅੰਮ੍ਰਿਤਸਰ ਦੇ ਸਰੋਵਰ ਵਿੱਚ ਪੁਜਾਰੀਆਂ ਨੇ ਪਰਚੀਆਂ ਪਾ ਕੇ ਫੈਸਲਾ ਕੀਤਾ ਹੈ ਕਿ ਕਿਹੜੀ ਬੀੜ ਠੀਕ ਹੈ, ਕਿਹੜੀ ਗਲਤ ਹੈ, ਉਹ ਆਪਣੇ ਆਪ ਫੈਸਲਾ ਨਾ ਕਰ ਸਕੇ। ਤੇ ਇਹ ਇੰਨੀ ਕਨਫਿਊਜ਼ਨ ਸਿੱਖਾਂ ਦੇ ਵਿੱਚ ਹੋਵੇ, ਇਹਦੇ ਬਾਰੇ ਕੁਝ ਦੱਸੋ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਇਹੋ ਜਿਹਾ ਅਣਵੇਖਿਆ, ਅਣਸੁਲਝਿਆ, ਅਣਸਮਝਿਆ ਅਜੇ ਤੱਕ ਸਿੱਖਾਂ ਦੇ ਵਿੱਚ ਘੁਸਪੈਠ ਕਰੀ ਬੈਠਾ ਹੈ, ਜਿਹੜੇ ਤੇ ਫੌਰੀ ਤੌਰ 'ਤੇ ਵਿਚਾਰ ਕਰਨੀ ਬਣਦੀ ਸੀ, ਪਰ ਸਿੱਖਾਂ ਦੇ ਮੁਖੀਆਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਇਹ ਜਿਹੜੀ ਤੁਸੀਂ 1860 ਵਾਲੀ ਗੱਲ ਕੀਤੀ ਹੈ, ਇਹ ਸਾਰਾ ਕੁਝ ਸੱਚ ਹੈ, ਮੌਜੂਦ ਹੈ। ਇਹਦੇ ਬਾਰੇ ਕੋਹੇ-ਨੂਰ ਪ੍ਰਿੰਟਿੰਗ ਪ੍ਰੈਸ ਲਾਹੌਰ ਦਾ ਜਿਹੜਾ ਮਾਲਕ ਸੀ ਲਾਲਾ ਹਰਸ ਖੁਰਾਏ, ਉਹਨੇ ਪ੍ਰਿੰਟਿੰਗ ਪ੍ਰੈਸ ਲਾਹੌਰ ਦੇ ਵਿੱਚ 1860 ਦੇ ਨੇੜੇ ਤੇੜੇ ਲਾ ਲਈ, ਅਤੇ ਬਹੁਤ ਸਾਰੀਆਂ ਹੋਰ ਕਿਤਾਬਾਂ ਕਵਿਤਾਵਾਂ ਉਹਨੇ ਜਿਹੜੀਆਂ ਕਿ ਆਮ ਲੋਕਾਂ ਦੇ ਸਮਝਣ ਵਾਲੀਆਂ ਸੀ, ਸਿੱਧੀਆਂ ਸਾਦੀਆਂ, ਉਹ ਛਾਪੀਆਂ, ਲੋਕਾਂ ਤੱਕ ਪਹੁੰਚੀਆਂ, ਪਸੰਦ ਕੀਤੀਆਂ। ਅਤੇ ਕੁਝ ਸਿੱਖਾਂ ਨੇ ਜਾ ਕੇ ਉਹਦੇ ਕੋਲੇ ਬੇਨਤੀ ਕੀਤੀ ਕਿ ਤੁਸੀਂ ਕੁਝ ਗੁਟਕੇ ਵੀ ਛਾਪੋ ਗੁਰਬਾਣੀ ਵਾਲੇ, ਅਸੀਂ ਪਾਠ ਕਰਨਾ ਚਾਹੁੰਦੇ ਹਾਂ, ਸਾਨੂੰ ਹੱਥੀਂ ਲਿਖੇ ਗੁਟਕੇ ਪ੍ਰਾਪਤ ਕਰਨੇ ਬਹੁਤ ਔਖੇ ਹੁੰਦੇ ਨੇ। ਅਤੇ ਉਹਨਾਂ ਨੇ ਗੁਟਕੇ ਛਾਪਣੇ ਸ਼ੁਰੂ ਕਰਤੇ, ਚੰਗੀ ਉਹਨਾਂ ਨੂੰ ਇਨਕਮ ਵੀ ਹੋਈ ਅਤੇ ਲੋਕਾਂ ਤੱਕ ਗੁਰਬਾਣੀ ਵੀ ਪਹੁੰਚਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸਿੱਖਾਂ ਨੇ ਮੰਗ ਕੀਤੀ ਕਿ ਤੁਹਾਡੇ ਕੋਲੇ ਬਹੁਤ ਸਾਰਾ ਸਾਧਨ ਹੈਗੇ ਨੇ, ਸਿਆਣੇ ਬੰਦੇ ਹੋ ਤੁਸੀਂ, ਅਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੀ ਛਾਪੋ। ਉਹ ਕਹਿਣ ਲੱਗਿਆ, ਭਾਈ ਇਹ ਤਾਂ ਬੜਾ ਵਿਵਾਦੀ ਮਸਲਾ ਹੈ, ਅਤੇ ਐਡਾ ਵੱਡਾ ਕੰਮ ਮੈਂ ਵਿਅਕਤੀਗਤ ਤੌਰ 'ਤੇ ਕਰ ਲਵਾਂ, ਇਹ ਤਾਂ ਠੀਕ ਨਹੀਂ। ਕਿਸੇ ਸਿਆਣੇ ਸਿੱਖ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਦਰਬਾਰ ਸਾਹਿਬ ਦੇ ਗ੍ਰੰਥੀ ਪੁਜਾਰੀ ਜਿਹੜੇ ਵੀ ਉਦੋਂ 1860-61 ਦੇ ਵਿੱਚ ਇੱਥੇ ਹੈਗੇ ਸੀ, ਤੁਸੀਂ ਉਹਨਾਂ ਤੋਂ ਸਲਾਹ ਲੈ ਲਓ, ਉਹਨਾਂ ਤੋਂ ਬੀੜ ਲੈ ਲਓ, ਤੁਸੀਂ ਉਹਨੂੰ ਇਨ ਬਿਨ ਜਿਵੇਂ ਉਹ ਕਹਿਣਗੇ ਪ੍ਰਿੰਟਿੰਗ ਪ੍ਰੈਸ ਦੇ ਰਾਹੀਂ ਛਾਪ ਕੇ ਸੰਗਤਾਂ ਤੱਕ ਪਹੁੰਚਾਓ, ਤਾਂ ਕਿ ਅਸੀਂ ਪਾਠ ਕਰ ਸਕੀਏ, ਵੱਧ ਤੋਂ ਵੱਧ ਘਰਾਂ ਦੇ ਵਿੱਚ ਬੀੜਾਂ ਪਹੁੰਚ ਸਕਣ। ਅਤੇ ਲਾਲਾ ਹਰਸ ਖੁਰਾਏ ਅੰਮ੍ਰਿਤਸਰ ਪਹੁੰਚ ਗਏ, ਉਹਨਾਂ ਨੇ ਪੁਜਾਰੀਆਂ ਅੱਗੇ ਬੇਨਤੀ ਕੀਤੀ। ਇੱਥੋਂ ਦੇ ਪੁਜਾਰੀਆਂ ਨੇ ਜਦੋਂ ਇਹ ਪੜਤਾਲ ਕੀਤੀ ਕਿ ਕਿਹੜੀਆਂ ਬੀੜਾਂ ਛਪਣਯੋਗ ਨੇ, ਕਿਹੜੀਆਂ ਨਹੀਂ ਹੈਗੀਆਂ, ਕਿੰਨੀਆਂ ਹੁਣ ਤੱਕ ਹੱਥ ਲਿਖਤਾਂ ਮਿਲਦੀਆਂ ਨੇ, ਉਹਨਾਂ ਨੇ ਇਹ ਵਿਚਾਰ ਕਰਨ ਵਾਸਤੇ ਲਾਲਾ ਜੀ ਨੂੰ ਭੇਜ ਦਿੱਤਾ, ਕਹਿ ਦਿੱਤਾ ਕਿ 1 ਮਹੀਨੇ ਤੋਂ ਬਾਅਦ ਆਇਓ। 1 ਮਹੀਨਾ ਲਗਾਤਾਰ ਪੁਜਾਰੀ ਜਿੰਨੀਆਂ ਬੀੜਾਂ ਮਿਲ ਸਕਦੀਆਂ ਸੀ ਉਹਨਾਂ ਨੂੰ ਪੜ੍ਹਦੇ ਰਹੇ, ਪਰਖ ਪੜਚੋਲ ਕਰਦੇ ਰਹੇ, ਪਰ ਉਹਨਾਂ ਦੇ ਕੁਝ ਵੀ ਪੱਲੇ ਨਾ ਪਿਆ, ਕਿਉਂਕਿ ਮਾਨਸਿਕ ਵਿਕਾਸ ਉਦੋਂ ਇੰਨਾ ਨਹੀਂ ਸੀ ਲੋਕਾਂ ਦਾ, ਅਤੇ ਪੁਜਾਰੀਆਂ ਦਾ ਤਾਂ ਬਿਲਕੁਲ ਹੀ ਘੱਟ ਹੁੰਦਾ ਹੈ। ਅਤੇ ਉਦੋਂ ਤਾਂ ਸਕੂਲ ਕਾਲਜ ਵੀ ਇੱਥੇ ਨਹੀਂ ਸੀ, ਬਹੁਤ ਮੁਸ਼ਕਲਾਂ ਸੀ, ਅਤੇ ਸਿੱਖਾਂ ਨੇ ਬਹੁਤ ਮੁਸੀਬਤਾਂ ਦੇ ਵਿੱਚੋਂ ਦੀ ਲੰਘ ਕੇ ਰਾਜ ਪ੍ਰਾਪਤ ਕੀਤਾ ਸੀ, ਉਹ ਵੀ ਜਾ ਚੁੱਕਿਆ ਸੀ। ਅਤੇ ਇਸ ਕਰਕੇ ਉਹਨਾਂ ਪੁਜਾਰੀਆਂ ਦਾ ਵੀ ਕੋਈ ਬਹੁਤਾ ਮਾਨਸਿਕ ਪੱਧਰ ਕੋਈ ਉੱਚਾ ਨਹੀਂ ਸੀ। ਅਤੇ ਉਹਨਾਂ ਨੇ ਜਦੋਂ ਕੋਈ ਫੈਸਲਾ ਨਾ ਹੋ ਸਕਿਆ ਤਾਂ ਇੱਕ ਬੀੜਾਂ 3 ਆਉਂਦੀਆਂ ਨੇ ਸਾਹਮਣੇ। ਇੱਕ ਬੀੜ ਹੈ ਦਮਦਮੀ ਬੀੜ, ਇੱਕ ਹੈ ਕਰਤਾਰਪੁਰੀ ਬੀੜ, ਇੱਕ ਨੂੰ ਖਾਰੀ ਬੀੜ ਕਹਿੰਦੇ ਨੇ। ਇਹਨਾਂ 3 ਬੀੜਾਂ ਨੂੰ ਬਾਰੇ ਲਿਖ ਕੇ ਪਰਚੀਆਂ ਦੇ ਉੱਤੇ ਇੱਕ 'ਤੇ ਲਿਖ ਦਿੱਤਾ ਗਿਆ ਖਾਰੀ ਬੀੜ, ਇੱਕ ਪਰਚੀ ਪਾਸੇ ਕਰ ਲਈ, ਦੂਜੀ 'ਤੇ ਲਿਖ ਦਿੱਤਾ ਗਿਆ ਦਮਦਮੀ ਬੀੜ, ਤੀਜੀ 'ਤੇ ਲਿਖ ਦਿੱਤਾ ਗਿਆ ਕਰਤਾਰਪੁਰੀ ਬੀੜ। ਅਤੇ ਇਹਨਾਂ 3 ਪਰਚੀਆਂ ਨੂੰ ਅੱਡੋ ਅੱਡ ਪੁੜੀਆਂ ਜਿਹੀਆਂ ਬਣਾ ਕੇ ਲਪੇਟ ਕੇ ਅਤੇ ਅਰਦਾਸ ਕਰਕੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਇਹਨਾਂ ਨੂੰ ਡੋਬ ਦਿੱਤਾ ਗਿਆ। ਕਹਿੰਦੇ ਨੇ 2-3 ਘੰਟੇ ਲਗਾਤਾਰ ਉਹ ਪਰਚੀਆਂ ਡੁੱਬੀਆਂ ਰਹੀਆਂ। ਕਾਫੀ ਸਮੇਂ ਤੋਂ ਬਾਅਦ ਇੱਕ ਪਰਚੀ ਜਦੋਂ ਉੱਪਰ ਆ ਗਈ ਪਾਣੀ ਦੇ, ਇੱਕ ਨੌਜਵਾਨ ਨੂੰ ਆਖਿਆ ਕਿ ਕਾਕਾ ਉਸ ਪਰਚੀ ਨੂੰ ਕੱਢ ਕੇ ਲਿਆ। ਉਹ ਕੱਢ ਕੇ ਲਿਆਂਦੀ ਪਰਚੀ, ਅਤੇ ਜਦੋਂ ਖੋਲ੍ਹ ਕੇ ਵੇਖੀ ਅਤੇ ਉਸ ਪਰਚੀ ਦੇ ਉੱਤੇ ਲਿਖਿਆ ਹੋਇਆ ਸੀ, ਕਹਿੰਦੇ ਦਮਦਮੀ ਬੀੜ।
ਤੇ ਉਹਨਾਂ ਨੇ ਦਮਦਮੀ ਬੀੜ ਲਾਲਾ ਹਰਸੁਖਰਾਏ ਨੂੰ ਛਾਪਣ ਦੀ ਇਜਾਜ਼ਤ ਦੇ ਦਿੱਤੀ। ਹੁਣ ਮਸਲਾ ਇਹੋ ਹੀ ਹੈ ਕਿ ਪੁਜਾਰੀਆਂ ਨਾਲੋਂ ਸਰੋਵਰ ਸਿਆਣਾ ਨਿਕਲਿਆ। ਪੁਜਾਰੀ ਇਨਸਾਨ ਹੋ ਕੇ ਵੀ ਫੈਸਲਾ ਨਾ ਕਰ ਸਕੇ ਕਿ ਕਿਹੜੀ ਬੀੜ ਅਸਲੀ ਹੈ ਤੇ ਕਿਹੜੀ ਨਕਲੀ ਹੈ, ਕਿਹੜੀ 'ਚ ਮਿਲਾਵਟ ਹੈ, ਕਿਹੜੀ ਸ਼ੁੱਧ ਹੈ। ਸਰੋਵਰ ਤੋਂ ਅਰਦਾਸ ਕਰਕੇ ਪੁੱਛਿਆ ਗਿਆ ਕਿ ਦੱਸੋ ਜੀ ਸਰੋਵਰ ਮਹਾਰਾਜ, ਅਸੀਂ ਕਿਹੜੀ ਬੀੜ ਛਾਪੀਏ। ਇਹ ਪੁਰਾਣੀਆਂ ਲਿਖਤਾਂ ਦੇ ਮੁਤਾਬਕ ਕਹਿੰਦੇ ਸਰੋਵਰ ਨੇ ਉਹਨਾਂ ਨੂੰ ਫੈਸਲਾ ਸੁਣਾ ਦਿੱਤਾ ਕਿ ਦਮਦਮੇ ਵਾਲੀ ਬੀੜ ਤੁਸੀਂ ਛਾਪ ਲਓ। ਤੇ ਇਹਨਾਂ ਨੇ ਲਾਲਾ ਹਰਸੁਖਰਾਏ ਨੂੰ ਤਾਂ ਕਹਿ ਦਿੱਤਾ ਕਿ ਦਮਦਮੇ ਵਾਲੀ ਬੀੜ ਛਾਪ ਲਓ, ਪਰ ਉਹਨੇ ਅੱਗੋਂ ਕਿਹੜੀ ਬੀੜ ਛਾਪੀ ਇਹਨਾਂ ਕੋਲੇ ਕੋਈ ਸਵਾਲ ਜਵਾਬ ਕਰਨ ਦਾ, ਲਿਖਤ ਪੜ੍ਹਤ ਕਰਨ ਦਾ ਕੋਈ ਗਿਆਨ ਨਹੀਂ ਸੀ, ਅਕਲ ਨਹੀਂ ਸੀ। ਉਹਨੇ ਕਿਹੜੀ ਛਾਪੀ, ਕੀ ਕੀਤਾ, ਇਹਨਾਂ ਨੂੰ ਕੋਈ ਪਤਾ ਨਹੀਂ ਸੀ। ਤੇ ਇਹ ਪੁਰਾਣੀਆਂ ਲਿਖਤਾਂ ਦੇ ਵਿੱਚ ਤਾਂ ਹੈ ਹੀ ਹੈ। ਇਹ ਤਾਂ ਗਿਆਨੀ ਗੁਰਦਿੱਤ ਸਿੰਘ ਜਿਹੜੇ ਚੰਡੀਗੜ੍ਹ ਰਹਿੰਦੇ ਨੇ, ਅੱਜ ਕੱਲ੍ਹ ਚੜ੍ਹਾਈ ਕਰ ਗਏ, ਬਿਰਧ ਹੋ ਗਏ ਸਨ, ਉਹਨਾਂ ਦੀ ਇੱਕ ਕਿਤਾਬ ਲਾਜਵਾਬ ਸੀ ਜਿਹੜੀ ਕਿ 50 ਸਾਲ ਤੋਂ ਸਕੂਲਾਂ ਕਾਲਜਾਂ 'ਚ ਪੜ੍ਹਾਈ ਜਾ ਰਹੀ ਸੀ। ਉਹ ਹੈ ਮੇਰਾ ਪਿੰਡ, ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ। ਉਹਨੇ ਪਿੰਡਾਂ ਦਾ ਮਾਹੌਲ ਬੜੇ ਸੁੰਦਰ ਤਰੀਕੇ ਨਾਲ, ਸੱਭਿਆਚਾਰਕ ਢੰਗ ਨਾਲ ਪੇਸ਼ ਕੀਤਾ ਅਤੇ ਬੇਅੰਤ ਐਡੀਸ਼ਨਾਂ ਉਸ ਕਿਤਾਬ ਦੀਆਂ ਛਪੀਆਂ ਨੇ। ਮੈਂ ਤਾਂ ਦੱਸਣਾ ਚਾਹੁੰਦਾ ਕਿ ਉਹ ਬੜਾ ਵਿਦਵਾਨ ਗੁਰਸਿੱਖ ਸੀ ਗਿਆਨੀ ਗੁਰਦਿੱਤ ਸਿੰਘ। ਉਹਨਾਂ ਨੇ ਆਪਣੀ ਕਿਤਾਬ ਇੱਕ ਲਿਖੀ ਅੰਤਲੇ ਸਮੇਂ 'ਚ ਆ ਕੇ, ਮੁੰਦਾਵਣੀ ਕਿਤਾਬ। ਉਸ ਮੁੰਦਾਵਣੀ ਕਿਤਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇਹੋ ਜਿਹੇ ਜਿਹੜੇ ਹਾਲਾਤ ਨੇ, ਕਿਵੇਂ ਛਪੀ, ਕਿਹਨੇ ਛਾਪੀ ਤੇ ਇਹਨਾਂ ਪੁਜਾਰੀਆਂ ਨੇ ਕੀ ਕੀਤਾ, ਉਹਨੇ ਸਾਰੇ ਵੇਰਵੇ ਦਿੱਤੇ ਹੋਏ ਨੇ। ਕਿਤਾਬ ਦਾ ਨਾਂ ਹੈ ਮੁੰਦਾਵਣੀ। ਤੇ ਇਹ ਬਹੁਤ ਸਾਰੇ ਵੀਰਾਂ ਨੂੰ ਜਿਹੜੇ ਖੋਜ ਦੇ ਨਾਲ ਸੰਬੰਧਿਤ ਨੇ, ਕੁਝ ਜਾਣਨਾ ਚਾਹੁੰਦੇ ਨੇ, ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਮੈਂ ਖੁਦ ਗਿਆਨੀ ਗੁਰਦਿੱਤ ਸਿੰਘ ਨਾਲ ਕਈ ਮੁਲਾਕਾਤਾਂ ਕੀਤੀਆਂ, ਕਈ ਸਵਾਲ ਕੀਤੇ। ਇੱਕ ਸਵਾਲ ਮੇਰਾ ਇਹ ਸੀ ਕਿ ਗਿਆਨੀ ਜੀ ਇਹੋ ਜਿਹੀਆਂ ਕਿਤਾਬਾਂ ਤੁਸੀਂ ਹੋਰ ਕਿਉਂ ਨਹੀਂ ਲਿਖੀਆਂ, ਤੇ ਇਹ ਅੰਤਲੇ ਸਮੇਂ ਆ ਕੇ ਹੀ ਲਿਖੀ ਹੈ। ਤੁਹਾਡੇ ਦਿਮਾਗ ਦੇ ਵਿੱਚ ਤਾਂ ਬੇਅੰਤ ਭੰਡਾਰ ਪਿਆ ਅਜੇ ਤੱਕ ਭਰਿਆ, ਉਹ ਸਾਨੂੰ ਦੇ ਜਾਂਦੇ। ਗਿਆਨੀ ਜੀ ਕਹਿਣ ਲੱਗੇ ਇਹ ਕਿਤਾਬ ਵੀ ਮੇਰੀ ਛਾਪਣ ਤੋਂ ਪਹਿਲਾਂ ਬੇਅੰਤ ਮੁਸੀਬਤਾਂ ਦੇ ਵਿੱਚੋਂ ਦੀ ਮੈਂ ਲੰਘਿਆ। ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ ਤੇ ਹੋਰ ਪੁਜਾਰੀਆਂ ਨੇ ਮੇਰੇ ਨਾਲ ਬਹੁਤ ਬੁਰੀ ਕੀਤੀ ਹੈ। ਪਤਾ ਨਹੀਂ ਕਿਹੜੀਆਂ ਕਿਹੜੀਆਂ ਕਲਾਬਾਜ਼ੀਆਂ ਤੇ ਦੋ ਪੇਚਾਂ ਦੇ ਨਾਲ ਇਹ ਕਿਤਾਬ ਨੂੰ ਛਪਾਉਣ ਦੇ ਵਿੱਚ ਮੈਂ ਕਾਮਯਾਬ ਹੋਇਆ। ਉਹ ਇਹੋ ਜਿਹੇ ਕੰਮ ਨਹੀਂ ਕਰਨ ਦਿੰਦੇ। ਤੇ ਮੈਂ ਵਿੱਚ ਵੀ ਰਹਿ ਕੇ ਦੇਖ ਲਿਆ, ਕੋਈ ਖੋਜ ਦਾ ਕੰਮ ਉੱਥੇ ਨਹੀਂ ਹੁੰਦਾ। ਮੈਨੂੰ ਪ੍ਰਬੰਧਕੀ ਕੰਮਾਂ 'ਤੇ ਰੱਖਿਆ ਹੋਇਆ ਸੀ, ਮੈਨੂੰ ਖੋਜ ਦੇ ਕੰਮ ਉੱਥੇ ਨਹੀਂ ਕਰਨ ਦਿੱਤੇ ਗਏ। ਇਹ ਗਿਆਨੀ ਗੁਰਦਿੱਤ ਸਿੰਘ ਨੂੰ ਆਹਮਣੇ ਸਾਹਮਣੇ ਬੈਠ ਕੇ ਮੈਂ ਸਤਿਕਾਰ ਦੇ ਨਾਲ ਸਵਾਲ ਕਰਦਾ ਰਿਹਾ ਤੇ ਉਹ ਜਵਾਬ ਉਹਨਾਂ ਨੇ ਦਿੱਤੇ। ਤੇ ਗੁਰੂ ਪਿਆਰ ਵਾਲਿਓ, ਇਹ ਜਿਹੜੀਆਂ ਚੀਜ਼ਾਂ ਨੇ ਕਿ ਸਿੱਖਾਂ ਦੀ ਅਕਲ ਦਾ ਜਨਾਜ਼ਾ ਕਹਿ ਲਈਏ, ਕਿ ਉਹ ਤਾਂ ਅੱਜ ਤੱਕ ਵੀ ਇਹੋ ਜਿਹੇ ਬਹੁਤ ਕੰਮ ਨੇ ਜਿਹੜੇ ਕਿ ਅਰਦਾਸ ਕਰਕੇ ਕਿਤੇ ਸਰੋਵਰ ਤੋਂ, ਕਿਸੇ ਹੋਰ ਥਾਂ ਤੋਂ ਪੁੱਛ ਕੇ ਕਰਦੇ ਨੇ। ਆਪਣੇ ਆਪ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਕਰਨਾ ਆਉਂਦਾ। ਤੇ ਅੱਜ ਤੱਕ ਇਹਦੀ ਸੋਧ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ, ਤੇ ਉਹ ਸੋਧ ਕਮੇਟੀ ਨੇ ਬੇਅੰਤ ਛਾਪੇ ਦੀਆਂ ਗਲਤੀਆਂ ਜਾਂ ਬੀੜਾਂ ਦੇ ਆਪਸੀ ਮਤਭੇਦ ਸਾਹਮਣੇ ਲਿਆਂਦੇ, ਨੈੱਟ 'ਤੇ ਪਏ ਹੋਏ ਨੇ। 1970 ਦੇ ਵੀ ਸੋਧ ਕਮੇਟੀ ਬਣਾਈ ਸੀ, ਤੇ ਉਹ ਸੋਧ ਕਮੇਟੀ ਵੱਲੋਂ ਤਿਆਰ ਕੀਤੇ ਗਏ ਜਿਹੜੇ ਨੁਕਤੇ ਸੀ, ਉਹਦੀ ਕਿਤਾਬ ਵੀ ਸ਼੍ਰੋਮਣੀ ਕਮੇਟੀ ਨੇ ਖੁਦ ਛਪਵਾਈ ਸੀ। ਤੇ ਉਹ ਵੀ ਕਿਤਾਬ ਤਾਂ ਛਪਵਾ ਲਈ, ਪਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਵਿੱਚ ਇਕਸਾਰਤਾ ਲਿਆਉਣ ਵਾਸਤੇ ਸ਼੍ਰੋਮਣੀ ਕਮੇਟੀ ਕੁਝ ਵੀ ਨਹੀਂ ਕਰ ਸਕੀ। ਅੱਜ ਤੱਕ ਆਪਸ ਦੇ ਵਿੱਚ ਬੀੜਾਂ ਦੇ ਵਿੱਚ ਬਹੁਤ ਮਤਭੇਦ ਨੇ, ਛਾਪੇ 'ਚ ਗਲਤੀਆਂ ਨੇ, ਉਤਾਰਿਆਂ 'ਚ ਗਲਤੀਆਂ ਨੇ। ਤੇ ਖੁਦ ਗਿਆਨੀ ਗੁਰਬਚਨ ਸਿੰਘ ਟਕਸਾਲ ਦਾ ਇੱਕ ਮੁਖੀ ਆਪਣੀ ਕਿਤਾਬ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਉਹ ਸਾਫ਼ ਲਿਖੀ ਬੈਠਾ ਹੈ ਕਿ ਗੁਰਬਾਣੀ ਦੇ ਵਿੱਚ 1500 ਤੋਂ ਵੱਧ ਗਲਤੀਆਂ ਪਈਆਂ ਨੇ। ਉਹਨੇ ਇਹ ਨਹੀਂ ਲਿਖਿਆ ਕਿ ਛਾਪੇ ਦੀਆਂ ਗਲਤੀਆਂ ਨੇ, ਉਹਨੇ ਇਹ ਲਿਖਿਆ ਕਿ 1500 ਤੋਂ ਵੱਧ ਗਲਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ। ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਅੱਜ ਤੱਕ ਹੋਸ਼ ਨਹੀਂ ਆਈ ਕਿ ਵਿਦਵਾਨਾਂ ਦੀ, ਗੁਰਬਾਣੀ ਦੇ ਮਾਹਰ ਸਿੱਖਾਂ ਦੀ ਇੱਕ ਵੱਡੀ ਜ਼ਿੰਮੇਵਾਰ ਕਮੇਟੀ ਬਣਾਈਏ, ਤਾਂ ਕਿ ਜਿਹੜੀ ਗੁਰਬਾਣੀ ਦੇ ਵਿੱਚ ਕਿਤੇ ਨਾ ਕਿਤੇ ਆਪਸੀ ਮਤਭੇਦ ਵਾਲੀਆਂ ਪੰਕਤੀਆਂ ਆਉਂਦੀਆਂ ਨੇ, ਕਿਸੇ ਬਾਣੀ 'ਚ ਪੰਕਤੀ 'ਚ ਕੁਝ ਲਿਖਿਆ, ਕਿਤੇ ਕੁਝ ਲਿਖਿਆ, ਤੇ ਖੁਦ ਸ਼੍ਰੋਮਣੀ ਕਮੇਟੀ ਵੱਲੋਂ ਛਪੀਆਂ ਹੋਈਆਂ ਜਿਹੜੀਆਂ ਪੋਥੀਆਂ ਨੇ, ਪ੍ਰਿੰਸੀਪਲ ਤੇਜਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਅਰਥ ਕੀਤੇ ਨੇ ਸ਼ਬਦਾਰਥ ਪੋਥੀਆਂ 4 ਭਾਗਾਂ ਦੇ ਵਿੱਚ। ਉਹਦੇ ਵਿੱਚ ਵੀ ਪ੍ਰਿੰਸੀਪਲ ਤੇਜਾ ਸਿੰਘ ਨੇ ਬੇਅੰਤ ਇਸ਼ਾਰੇ ਕੀਤੇ ਹੋਏ ਨੇ ਕਿ ਇੱਥੇ ਮੈਨੂੰ ਆਹ ਗਲਤੀ ਲੱਗ ਰਹੀ ਹੈ, ਇਹਦਾ ਸੁਧਾਰ ਕਰਨਾ ਬਣਦਾ ਹੈ, ਆਹ ਸ਼ਬਦ ਪੂਰਾ ਹੋਣਾ ਚਾਹੀਦਾ ਸੀ ਪਰ ਇੱਥੇ ਇੱਕੋ ਹੀ ਪੰਕਤੀ ਆਈ ਹੈ, ਇਹ ਸ਼ਬਦ ਗੁਰੂ ਨਾਨਕ ਦਾ ਹੈ ਤੇ ਇੱਥੇ ਤੀਸਰਾ ਮਹੱਲਾ ਲਿਖਿਆ ਪਿਆ ਹੈ, ਤੇ ਇਸ ਤਰ੍ਹਾਂ ਇੱਕ ਸ਼ਬਦ ਆ ਜਿਹੜਾ 2 ਵਾਰੀ ਆ ਗਿਆ ਹੋਇਆ ਹੈ,
ਤੇ ਇਸ ਤਰ੍ਹਾਂ ਦੀਆਂ ਗਲਤੀਆਂ खुद श्रोमणी कमेटी वालियां पोथियां दे विच प्रिंसीपल तेजा सिंह ने भी दसियां होईयां ने, पर सोध करन वाला इत्थे कोई भी नहीं है, जिम्मेवारी चुकण वाला कोई भी नहीं है। आपां यतन करिए कि इस पासे आपां जोर पाईए श्रोमणी कमेटी ते, ताकि वो सुधाई करन दे उत्ते मजबूर हो जाण, सुधाई करन वास्ते तैयार हो जाण ते अगों वास्ते शुद्ध बीड़ा छापण, जिहड़ियां कमियां पेशियां ने ये दूर करन। ये सवाल बहुत गंभीर विषय वाला सी, इस करके अज इन्ना की काफ़ी है, तो बाकी होर कदे इन्हां ते अगों आपां विचार जरूर करते रहांगे। सवाल नंबर 270 भाई भगवंत सिंह मलेरकोटला तो, इन्हां दा सवाल है, जंडियाले सेख पत्ते की जगह बनी हुई है, उत्थे लस्सी ते खीर चढ़ाई जाती है, जे ना चढ़ाइए तो मझां दा नुकसान हो सकता है, ये जरूर दसना जी। ये तो भाई एक थां ते शेख पत्ते दी नहीं, बल्कि साधां दे डेरियां च, बहुत सारे गुरद्वारियां च भी, अते मड़िया कबरां पीरां ते आदिक दे उत्ते ये भरम थां थां ते पैदा कीते गए ने कि जे तुसीं इहदी पूजा ना कीती ते तुहाडा नुकसान हो जाना है। असीं इन्ने डरपोक बन चुके हाँ, अपने आप नूं सिंह अखवाउण वाले, बहादुर अखवाउण वाले, पुरातन समयां च जंग लड़न वाले, असीं सीस वारन वाले, असीं हिक्कां ताण के लड़न वाले, असीं गुरबाणी पढ़न वाले, किन्नियां डींगां रोज़ मारियां जांदियां ने, पर सेख पत्ता जिहड़े नूं मरे नूं पता नहीं किन्ने 100 साल हो गए, ਉਹਦੇ मरे तो भी असीं डरी जाने आ कि ਉਹਦੀ शायद रूह इत्थे बैठी है, तो जे असीं उत्ते लस्सी ਅਤੇ खीर वगैरह ना चढ़ाई तो वह साडा नुकसान कर देवेगा। हद हो गई, इन्ने डरपोक हो चुके ने ਉਹਦੇ पुजारी कि अपना सारा कुछ घर घाट लुटाई जाते हैं। अज तक विग्यानक युग दे विच जिहड़ियां ये कबरां वगैरह बणियां ने, ये मड़ियां ने, मर चुके लोकां दीयां कबरां ने, ते उन्हां मरिया होयां तो भी अज तक सिख अखबाउण वाले पसीनो पसीनी होए पे ने, डरे हुए ने, ते डर के अपना उत्थे नमस्कारां करदे ने ते खीर वगैरह दीयां उत्थे चढ़ावे चढ़ाउंदे ने। सोचण वाली गल यह है कि जिहड़ा इंसान जिउंदा है वो मरे हुए दे अगे मत्था टेक रहा है। हद हो गई, वो अपने आप नूं जिउंदा खवाएगा। जिहड़ा इंसान मरे हुए दी कबर ते, जिहड़ा कि पता नहीं कदों दा मर चुक्या होया है, ਉਹਦੀ कबर ते हथ जोड़ के मत्था टेकेगा, उत्थे चढ़ावा चढ़ावेगा, उतों मुरादा मंगेगा, धन दौलत मंगेगा, दुध पुत मंगेगा, ਉਹਨੂੰ ਅਸੀਂ अकलबंद कह सकते हैं। मुरदियां कोलों भी कदी कुछ मिलता हुंदा है, मुरदियां कोलों मुरादा मंगदा है, अपने आप नूं जिउंदा इखवाउण वाला इंसान। ये कहिए कि यह जिहड़ा जिउंदा तुरिया फिरदा नज़र आउंदा है, ये असल दे विच मर चुक्या होया इंसान है, केवल लाश तुरी फिरदी है, जिहड़ी आ कबरां नालों भी भैड़ी है। कबर तां किसे कोलों मंगण नहीं जांदी, पुजारी मंगदा है, कबर खुद किसे तो कुछ नहीं मंगदी। ते पुजारियां दा ढकौंसला है अपनी पेट पूर्ति, इस तरह के भरमां च पा के लोकां नूं लुट रहे ने ते खा पी रहे ने। बैठे बिठाया नूं सब कुछ मिल जाता है, मेहनत कोई होर करे तो उन्होंने खाण पीण वास्ते किसी होर नूं दे दिता जाए। ये पागलपन नहीं तो होर की है। साडे पंजाब च जिथे गुरुआं दी धरती कहने आ, घर घर गुरबाणी दा चानण कहने आ, थां थां ते गुरद्वारे बने हुए ने, थां थां ते साध डेरेदार बैठे ने, पर सिख अणजाण बन के कबरां ते मड़ियां ते पीरां ते गुग्गियां ते मत्थे टेक रहे ने। इत्थों तक कुछ थावां ते तां पंजाब दे रहण वाले मेरे भरा वो शराबां दीयां पेटियां ते बोतलां तक भी चढ़ाउंदे ने कि आह जिहड़ा पीर है ये तां शराब नाल खुश होया करदा है। जिहड़े शराबां लैके जांदे ने वो आप पीण नूं शराब का प्रबंध तो कर सकते हैं, पर पीर जिहड़ा शराब पींदा है, लाहनत है इहो जे पीर नूं ते लाहनत है उहनूं मनण वालिआं नूं। शराबां पीण वाले भी कदे धार्मिक पीर फकीर होया करदे ने, पर यह सारा कुछ आले दुआले वापर रहा। इन्हां चीज़ां तो आपां सावधान रहना है, अजिहियां मानतावां नूं रद्द करना है। असीं केवल एक अकाल पुरख नूं मनण वाले आ, वो अकाल पुरख साडे अंदर ही वसदा है, असीं बाहर किते लभण वास्ते उहनूं नहीं जाना। ते इत्थे ध्यान रहे, सिखां नूं गुरबाणी ने जो अगवाई दी है, सेध दी है, उहदे अनुसार आपां जिंदगी जिउणी है। कोई पीर, कोई फकीर, कोई साध, कोई बाबा, कोई डेरा ये की कहंदा है, सानूं उहदी परवाह करन दी लोड़ नहीं। डर भै अपने अंदरों पूरी तरह कढ़ देना, दलेर भी बनना है अते अकलबंद भी बनना है। इत्थे अज सवाल जवाब का भाग 26वां समाप्त कर रहे हैं, तो ये 10 सवालों के जवाब दिते गए ने।
ਤਤ ਗੁਰਮਤਿ ਗਿਆਨ TV ਦੇ ਉੱਤੇ। ਤੁਸੀਂ YouTube 'ਤੇ ਵੀ ਇਹਨੂੰ ਵੇਖ ਸਕਦੇ ਹੋ, Facebook 'ਤੇ ਵੀ ਵੇਖ ਸਕਦੇ ਹੋ। ਹੋਰ ਬਹੁਤ ਸਾਰੇ ਭੈਣ ਭਾਈ ਇਹਨੂੰ ਆਪੋ ਆਪਣੀਆਂ ਸਾਈਟਾਂ ਦੇ ਉੱਤੇ ਸ਼ੇਅਰ ਵੀ ਕਰਦੇ ਰਹਿੰਦੇ ਨੇ ਅਤੇ ਬਹੁਤ ਸਾਰੀਆਂ ਸੰਗਤਾਂ ਨੇ ਇਹਨੂੰ ਪਸੰਦ ਕੀਤਾ ਅਤੇ ਇਹਦੀ ਵਿਆਖਿਆ ਕਰਦਿਆਂ ਹੋ ਸਕਦਾ ਹੈ ਕਈ ਸਾਰੀਆਂ ਭੁੱਲਾਂ ਕਮੀਆਂ ਰਹਿ ਜਾਂਦੀਆਂ ਨੇ। ਫਿਰ ਵੀ ਤੁਸੀਂ ਆਪ ਵੀ ਅੱਗੇ ਤੋਂ ਅੱਗੇ ਵਧਣ ਦਾ ਉਪਰਾਲਾ ਕਰਨਾ ਹੈ, ਹੋਰ ਖੋਜ ਕਰਨੀ ਹੈ, ਇੱਕ ਥਾਂ 'ਤੇ ਅਟਕ ਨਹੀਂ ਜਾਣਾ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।